ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ। ਬੰਦੋਂ ਕਰ ਅਨੁਰਾਗ, ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਾਨਾ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਾਨਾ ਵਿਨਾਸਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਮੋ ਸਾਰਦਾ ਕੋ ਸਦਾ, ਸੁਮਾ ਦੇ ਪ੍ਰਕਾਸ਼। ਕਿਰਪਾ ਤਾਰ ਪੂਰਨ ਕਰੋ, ਸ਼੍ਰੀ ਗੁਰ ਕੋ ਇਤਿਹਾਸ। ਨਮੋ ਸਾਰਦਾ ਕੋ ਸਦਾ, ਸੁਮਤ ਹਿਰਦੇ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਜੁਗਾਹੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ, ਸ਼ਬਦਾ ਅਵਤਾਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ।
ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਕੇ ਸਿੱਖਾਂ ਦੀਆਂ ਸਾਖੀਆਂ ਨੂੰ ਸਰਵਣ ਕਰਨਾ ਕੀਤਾ। ਇੱਕ ਜੋ ਸਿੱਖ ਹੋਇਆ ਸਤਿਗੁਰੂ ਮਹਾਰਾਜ ਜੀ ਦਾ, ਜਿਹਦਾ ਨਾਮ ਹੈ ਭਾਈ ਸ਼ੀਹਾਂ, ਤੇ ਦੂਜਾ ਜਿਹੜਾ ਭਾਈ ਗੱਜਣ ਸਤਿਗੁਰੂ ਮਹਾਰਾਜ ਜੀ ਦੀ ਜਦੋਂ ਸ਼ਰਨ ਦੇ ਵਿੱਚ ਆਏ, ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਉਪਦੇਸ਼ ਦੀ ਬਖਸ਼ੀਸ਼ ਕਰਨੀ ਕੀਤੀ ਤੇ ਬਚਨ ਕਰਨਾ ਕੀਤਾ ਕਿ ਕੋਈ ਵੀ ਜੇ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ ਤੁਹਾਡੇ ਘਰ ਦੇ ਵਿੱਚ ਆਵੇ, ਉਹਨੂੰ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ ਜਾਣ ਕਰਕੇ, ਗੁਰੂ ਕਾ ਰੂਪ ਜਾਣ ਕਰਕੇ ਉਹਦਾ ਸਤਿਕਾਰ ਕਰਨਾ ਚਾਹੀਦਾ ਤੇ ਯਥਾ ਸ਼ਕਤ ਉਹਦੀ ਤੁਸੀਂ ਸੇਵਾ ਕਰਨਾ ਕਰੋ। ਇਹ ਮਹਾਰਾਜ ਜੀ ਦੇ ਉਪਦੇਸ਼ ਦੀ ਭਾਈ ਸ਼ੀਹੇ ਨੇ ਕਮਾਈ ਕਰਨੀ ਕੀਤੀ। ਉਹਦੇ ਘਰ ਦੇ ਵਿੱਚ ਲੜਕੀ ਦਾ ਵਿਆਹ ਸੀ ਤੇ ਘਰ ਦੇ ਵਿੱਚ ਵਿਆਹ ਵਾਸਤੇ ਬਹੁਤ ਸਾਰੇ ਪਕਵਾਨ ਤਿਆਰ ਸਨ। ਬਰਾਤ ਜਿਹੜੀ ਆਉਣ ਵਾਲੀ ਸੀ, ਉਸ ਤੋਂ ਪਹਿਲਾਂ ਸੰਗਤਾਂ ਦਾ ਜਥਾ ਜਿਹੜਾ ਹੈ ਜੋ ਕਰਤਾਰਪੁਰ ਸਾਹਿਬ ਜਾ ਰਿਹਾ ਸੀ ਤੇ ਸੰਗਤਾਂ ਦਾ ਜਥਾ ਪਹੁੰਚ ਗਿਆ ਭਾਈ ਸ਼ੀਹੇ ਦੇ ਘਰ ਦੇ ਵਿੱਚ। ਭਾਈ ਸ਼ੀਹੇ ਨੇ ਯਥਾ ਸ਼ਕਤ ਉਹਨਾਂ ਦਾ ਸਨਮਾਨ ਕਰਨਾ ਕੀਤਾ। ਜੋ ਸਾਰੀ ਮਠਿਆਈ ਪਕਵਾਨ ਜੋ ਸਨ ਉਹਨਾਂ ਸੰਗਤਾਂ ਨੂੰ ਛਕਾ ਦਿੱਤਾ। ਉਹ ਬਹੁਤ ਪਰੇਸ਼ਾਨ ਹੋ ਗਈ। ਉਹਨੇ ਆਪਣੇ ਘਰ ਵਾਲੇ ਨੂੰ ਭਾਵ ਕੇ ਭਾਈ ਸ਼ੀਹੇ ਨੂੰ ਬਚਨ ਕੀਤਾ ਕਿ ਸਵਾਮੀ ਜੀ, ਘਰ ਦੇ ਵਿੱਚ ਬਰਾਤ ਆਉਣ ਵਾਲੀ ਹੈ, ਉਹਦੇ ਵਾਸਤੇ ਆਪਾਂ ਨੇ ਇਹ ਪਕਵਾਨਾਂ ਦੀ ਤਿਆਰੀ ਕਰਨੀ ਕੀਤੀ। ਹੁਣ ਤਾਂ ਸਾਰੇ ਪਕਵਾਨ ਖਤਮ ਹੋ ਗਏ। ਹੁਣ ਜਦੋਂ ਇਹ ਬਰਾਤੀ ਆਉਣਗੇ ਉਹਨਾਂ ਨੂੰ ਆਪਾਂ ਨੇ ਕੀ ਛਕਾਉਣਾ ਹੈ। ਇਸ ਤਰ੍ਹਾਂ ਜਦੋਂ ਬਚਨ ਕਰਨਾ ਕੀਤਾ, ਭਾਈ ਸ਼ੀਹੇ ਨੇ ਕਿਹਾ, ਭਾਗਵਾਨੇ ਤੂੰ ਕਿਉਂ ਡੋਲਦੀ ਹੈ, ਕਿਉਂ ਆਪਣਾ ਮਨ ਜਿਹੜਾ ਹੈ ਤੂੰ ਹੌਲਾ ਕਰਦੀ। ਕੋਈ ਗੱਲ ਨਹੀਂ ਹੈ, ਆਪਾਂ ਕੀ ਕਰਨਾ ਕਰੀਏ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ, ਸਤਿਗੁਰੂ ਮਹਾਰਾਜ ਭਲੀ ਕਰਨਗੇ, ਕਿਰਪਾ ਕਰਨਗੇ। ਇੰਜ ਪਿਆਰਿਓ ਉਹਨੇ ਸਤਿਗੁਰੂ ਮਹਾਰਾਜ ਜੀ ਦਾ ਨਾਮ ਲੈ ਕਰਕੇ ਮਨ ਹੀ ਮਨ ਜਦੋਂ ਭਾਈ ਸ਼ੀਹੇ ਨੇ ਅਰਦਾਸ ਕਰਨੀ ਕੀਤੀ, ਬੇਨਤੀ ਕਰਨੀ ਕੀਤੀ, ਬੇਨਤੀ ਕਰਕੇ ਜਦੋਂ ਕੁਠਾੜੀ ਦਾ ਦਰਵਾਜ਼ਾ ਜਦੋਂ ਉਹਨੇ ਖੋਲ੍ਹਿਆ ਤੇ ਕੀ ਤੱਕਦਾ ਅੰਦਰ ਸਾਰੇ ਪਕਵਾਨ ਜਿਹੜੇ ਹਨ, ਪਤੀਲੇ ਭਰੇ ਹੋਏ ਹਨ ਪਕਵਾਨਾਂ ਦੇ ਨਾਲ। ਘਰ ਵਾਲੀ ਵੀ ਵੇਖ ਕਰਕੇ ਬਹੁਤ ਜ਼ਿਆਦਾ ਉਹ ਆਸ਼ਚਰਜਤਾ ਦੇ ਵਿੱਚ ਆਈ। ਜਦੋਂ ਬਰਾਤ ਆਈ ਘਰ ਦੇ ਵਿੱਚ, ਉਹਨਾਂ ਨੂੰ ਫਿਰ ਉਹ ਪਕਵਾਨ ਛਕਾਉਣੇ ਕੀਤੇ। 5 ਦਿਨ ਬਰਾਤ ਭਾਈ ਸ਼ੀਹੇ ਦੇ ਘਰ ਦੇ ਵਿੱਚ ਰਹੀ ਤੇ 5 ਦਿਨ ਭਾਈ ਸ਼ੀਹੇ ਨੇ ਪ੍ਰਸ਼ਾਦਾ ਉਹਨਾਂ ਨੂੰ ਛਕਾਉਣਾ ਕੀਤਾ। ਫਿਰ ਬਾਅਦ ਦੇ ਵਿੱਚ ਵੀ ਉਹ ਪਦਾਰਥ ਜਿਹੜੇ ਹਨ ਬਚ ਗਏ ਹਨ। ਕਹਿਣ ਦਾ ਭਾਵ ਭਾਈ ਸ਼ੀਹੇ ਨੇ ਫਿਰ ਬਚਨ ਕੀਤਾ ਕਿ ਗੋਪਾਲ ਤੇਰਾ ਆੜਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਉਹਦੇ ਪ੍ਰਮਾਤਮਾ ਆਪ ਵਰਤ ਕਰਕੇ ਕਾਰਜ ਰਾਸ ਕਰਦੇ ਹਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਬੇਅੰਤ ਸਿੱਖਾਂ ਦਾ ਉਧਾਰ ਕਰਨਾ ਕੀਤਾ। ਇਹ ਇਤਿਹਾਸ, ਇਹ ਪ੍ਰਸੰਗ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ। ਹੁਣ ਅਗਲੀ ਕਥਾ, ਅਗਲੀ ਜੋ ਆਉਣ ਵਾਲੀ ਲੜੀਵਾਰ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਮੋ ਸਾਰਦਾ ਕੋ ਸਦਾ ਸੁਮਤ ਹਿਰਦੇ ਪ੍ਰਕਾਸ਼। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਅਗਲਾ ਜੋ ਆਉਣ ਵਾਲਾ ਅਧਿਆਇ ਹੈ ਉਹਦੀ ਆਰੰਭਤਾ ਤੋਂ ਪਹਿਲਾਂ ਸ਼ਾਰਦਾ ਦਾ ਭਾਵ ਕਿ ਵਿਦਿਆ ਦੇਵੀ ਦਾ ਇਹ ਮੰਗਲ ਕਰਦੇ ਹਨ। ਵਿਦਿਆ ਜੋ ਹੈ ਪੜ੍ਹਾਈ ਲਿਖਾਈ ਜਿਹਨੂੰ ਆਪਾਂ ਬੋਲਦੇ ਹਾਂ, ਉਹਦਾ ਇਹਨਾਂ ਨੇ ਮੰਗਲਾਚਰਨ ਕਰਨਾ ਕੀਤਾ ਤੇ ਕਹਿੰਦੇ ਕਿ ਨਮੋ ਸ਼ਾਰਦਾ ਕੋ ਸਦਾ,
ਕਿ ਐ ਸ਼ਾਰਦਾ ਵਿਦਿਆ ਦੀ ਦੇਵੀ ਤੈਨੂੰ ਸਦਾ ਵਾਸਤੇ ਮੇਰੀ ਨਮਸਕਾਰ ਹੈ। ਸੁਮਤ ਹਿਰਦੇ ਪ੍ਰਕਾਸ਼, ਤੂੰ ਸਾਰਿਆਂ ਦੇ ਮਨ ਦੇ ਵਿੱਚ ਸ਼੍ਰੇਸ਼ਟ ਮਤ ਦਾ ਪ੍ਰਕਾਸ਼ ਕਰਦੀ ਹੈ। ਕਿਰਪਾ ਧਾਰ ਪੂਰਨ ਕਰੋ, ਸ੍ਰੀ ਗੁਰੂ ਕੋ ਇਤਿਹਾਸ। ਹੁਣ ਇਹ ਜੋ ਇਤਿਹਾਸ ਆਪਣੇ ਅੰਤਮ ਪੜਾਅ ਦੇ ਵੱਲ ਆ ਗਿਆ, ਭਾਵ ਕਿ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਨਾਨਕ ਪ੍ਰਕਾਸ਼ ਗ੍ਰੰਥ ਜੋ ਹੈ ਉਹ ਪਿਆਰਿਓ ਹੁਣ ਤਕਰੀਬਨ ਖਤਮ ਹੋਣ ਵਾਲਾ ਹੈ। ਕਵੀ ਰਾਜੀ ਕਹਿੰਦੇ ਕਿ ਤੂੰ ਕਿਰਪਾ ਕਰਕੇ ਇਹ ਇਤਿਹਾਸ ਦਾ ਜੋ ਗ੍ਰੰਥ ਹੈ ਗੁਰੂ ਨਾਨਕ ਪ੍ਰਕਾਸ਼ ਦਾ, ਇਹਨੂੰ ਤੂੰ ਪੂਰਾ ਕਰਨਾ ਕਰ। ਸ੍ਰੀ ਬਾਲਾ ਸੰਦਰਵਾਚ। ਅਗਲੀ ਕਥਾ ਭਾਈ ਬਾਲਾ ਜੀ ਉਚਾਰਨ ਕਰਦੇ ਹਨ। ਚੌਪਈ ਸੁਣੀਏ ਸ੍ਰੀ ਤ੍ਰੇਹਣ ਕੁਲ ਮੌਰਮ। ਵਚਨ ਉਚਾਰਨ ਕਰਨਾ ਕੀਤਾ, ਕਹਿੰਦੇ ਕਿ ਐ ਤ੍ਰੇਹਣ ਕੁਲ ਦੇ ਸਿਰਮੌਰ, ਭਾਵ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਉਹਨੂੰ ਕੁਛ ਪਤਾ ਨਹੀਂ ਹੁੰਦਾ। ਜਿਸ ਤਰ੍ਹਾਂ ਉਹਦੇ ਨਾਲ ਵਾਲੇ ਉਹਨੂੰ ਕਹਿ ਦਿੰਦੇ, ਕੰਨ ਭਰ ਦਿੰਦੇ, ਉਹ ਉਹਦੇ ਉੱਤੇ ਹੀ ਯਕੀਨ ਕਰਦਾ। ਉਹਨੂੰ ਜ਼ਮੀਨੀ ਹਕੀਕਤ ਦਾ ਕੋਈ ਪਤਾ ਨਹੀਂ ਹੁੰਦਾ। ਤੇ ਅਸਲੀ ਜੋ ਰਾਜਾ ਹੁੰਦਾ, ਅਸਲੀ ਜੋ ਅਧਿਕਾਰੀ ਹੁੰਦਾ, ਉਹ ਪਿਆਰਿਓ ਇੰਜ ਨਹੀਂ ਕਰਦਾ। ਉਹ ਕੀ ਕਰਦਾ, ਜ਼ਮੀਨੀ ਹਕੀਕਤ ਜੋ ਹੈ ਉਹ ਜਾ ਕਰਕੇ ਵੇਖਦਾ ਕਿ ਭਾਈ ਆਹ ਚੀਜ਼ ਜੋ ਹੈ ਇੱਥੋਂ ਤਾਂ ਨਿਕਲ ਰਹੀ ਹੈ, ਆਮ ਲੋਕਾਂ ਤੱਕ ਇਹ ਚੀਜ਼ ਪਹੁੰਚ ਰਹੀ ਕਿ ਨਹੀਂ ਪਹੁੰਚ ਰਹੀ, ਮੇਰੀ ਪ੍ਰਜਾ ਇਹ ਸੁਖੀ ਹੈ ਜਾਂ ਦੁਖੀ ਹੈ, ਇਹਨਾਂ ਨੂੰ ਕਿਹੜੀ ਤਕਲੀਫ ਹੈ, ਇਹ ਆਨੰਦ ਦੇ ਵਿੱਚ ਕਿਉਂ ਹਨ, ਇਹ ਪਰਖ ਕਰਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਕਈ ਵਾਰੀ ਪਿਆਰਿਓ ਭੇਸ ਬਦਲ ਕਰਕੇ, ਆਪਣਾ ਰੂਪ ਵਟਾ ਕਰਕੇ, ਕਿਉਂਕਿ ਜੇ ਉਹ ਰਾਜੇ ਦੇ ਭੇਸ ਦੇ ਵਿੱਚ ਜਾਣ ਤਾਂ ਫਿਰ ਨਾਲ ਵਾਲੇ ਤੁਰੰਤ ਪੂਰਾ ਸਭ ਜਿਹੜਾ ਹੈ ਵਧੀਆ ਕਰ ਦਿੰਦੇ। ਕਈ ਵਾਰੀ ਆਪਾਂ ਵੀ ਵੇਖਦੇ ਹਾਂ ਪਿਆਰਿਓ, ਸੜਕ ਜਿਹੜੀ ਹੁੰਦੀ ਹੈ ਬੜੀ ਖਰਾਬ ਹੁੰਦੀ, ਕਈ ਆਪਾਂ ਨੂੰ ਸ਼ਿਕਾਇਤਾਂ ਹੁੰਦੀਆਂ, ਲੇਕਿਨ ਜਦੋਂ ਅਧਿਕਾਰੀ ਜਾਂ ਮੰਤਰੀ ਆਉਂਦਾ ਇਹ ਕੀ ਕਰ ਦਿੰਦੇ ਹਨ, ਉਹ ਸੜਕ ਦੇ ਵਿੱਚੋਂ ਹੀ ਨਹੀਂ ਲੈ ਕੇ ਜਾਂਦੇ, ਜਾਂ ਲੈ ਕੇ ਗਏ ਤੇ ਥੋੜੀ ਦੇਰ ਵਾਸਤੇ ਉਹਨੂੰ ਵਧੀਆ ਸਵਾਰ ਦਿੰਦੇ ਹਨ, ਇੰਜ ਦਿਖਾਉਂਦੇ ਕਿ ਭਾਈ ਇੱਥੇ ਕੰਮ ਬਹੁਤ ਵਧੀਆ ਚੱਲ ਰਿਹਾ, ਲੇਕਿਨ ਅੰਦਰ ਖਾਤੇ ਕੁਛ ਔਰ ਹੁੰਦਾ। ਜਦੋਂ ਤੱਕ ਆਪਾਂ ਆਪ ਨਹੀਂ ਪਰਖਦੇ ਆ, ਆਪ ਨਹੀਂ ਵੇਖਦੇ ਆ, ਉਦੋਂ ਤੱਕ ਪਿਆਰਿਓ ਗੱਲ ਨਹੀਂ ਬਣਦੀ ਹੈ। ਤਾਂ ਹੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਵੀ ਸਮਾਂ ਮਿਲਦਾ ਉਹ ਆਪਣਾ ਰੂਪ ਭੇਸ ਵਟਾ ਕਰਕੇ ਆਮ ਲੋਕਾਂ ਦੇ ਵਿੱਚ ਜਾ ਕਰਕੇ ਉਹਨਾਂ ਦਾ ਦਰਦ ਹੰਢਾਉਂਦੇ ਸਨ। ਉਹ ਪਤਾ ਕਰਨ ਦਾ ਯਤਨ ਕਰਦੇ ਸੀ ਕਿ ਮੇਰੀ ਪ੍ਰਜਾ ਨੂੰ ਕੀ ਦੁੱਖ ਹੈ, ਕੀ ਤਕਲੀਫ ਹੈ। ਉਹ ਫਿਰ ਵੇਖ ਕਰਕੇ ਫਿਰ ਬਾਅਦ ਦੇ ਵਿੱਚ ਜਦੋਂ ਤਖਤ ਦੇ ਉੱਤੇ ਬਹਿਣਾ ਤਾਂ ਫਿਰ ਉਹ ਮਾਮਲੇ ਉਹ ਨਜਿੱਠਦੇ ਹਨ। ਇਸ ਤਰ੍ਹਾਂ ਪਿਆਰਿਓ ਜੋ ਸਿਆਣੇ ਹੁੰਦੇ ਹਨ, ਆਪ ਉਹ ਜ਼ਮੀਨੀ ਹਕੀਕਤ ਦੇ ਨਾਲ ਜੁੜਨ ਵਾਸਤੇ ਆਪ ਉਹਦਾ ਸਰਵੇ ਕਰਦੇ, ਉਹਦਾ ਮੁਆਇਨਾ ਕਰਦੇ। ਹੁਣ ਮਹਾਰਾਜ ਜੀ ਨੇ ਸਿੱਖੀ ਦਾ ਮੁਆਇਨਾ ਕਰਨ ਵਾਸਤੇ ਕਿ ਭਾਈ ਸਿੱਖਾਂ ਦੇ ਅੰਦਰ ਕਿੰਨਾ ਕੋ ਭਾਵ ਹੈ, ਕਿੰਨਾ ਕੋ ਪ੍ਰੇਮਾ ਭਗਤੀ ਹੈ ਸਿੱਖਾਂ ਦੇ ਅੰਦਰ, ਇਹ ਵੇਖਣ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਯਾਤਰਾ ਕੀਤੀ। ਮੁਝ ਕੋ ਆਪਣੇ ਲੀਨ ਸੰਘਾਰੇ। ਮੁਝ ਕੋ ਦਾ ਭਾਵ ਹੈ ਭਾਈ ਬਾਲੇ ਨੂੰ ਆਪਣੇ ਨਾਲ ਮਹਾਰਾਜ ਜੀ ਨੇ ਲੈਣਾ ਕੀਤਾ। ਪਹੁੰਚੇ ਇੱਕ ਪੁਰ ਜਾਏ ਮਝਾਰੇ। ਇਸ ਤਰ੍ਹਾਂ ਚੱਲ ਕਰਕੇ ਸਤਿਗੁਰੂ ਮਹਾਰਾਜ ਜੀ ਇੱਕ ਨਗਰ ਦੇ ਵਿੱਚ ਜਾ ਕਰਕੇ ਪਹੁੰਚਦੇ ਹਨ। ਸਿੱਖ ਦਿਖਾਣ ਬਸੈ ਤਹਿ ਥਾਨਾ। ਉੱਥੇ ਪਿਆਰਿਓ ਤਰਖਾਣ ਸਿੱਖ ਜਿਹੜਾ ਹੈ, ਤਰਖਾਣੀ ਦਾ ਕੰਮ ਕਰਨ ਵਾਲਾ ਇੱਕ ਗੁਰੂ ਕਾ ਪਿਆਰਾ ਗਰੀਬ ਸਿੱਖ ਵਸਦਾ ਹੈ। ਜਿਹ ਕੀ ਅਲਪ ਚਲਹਿ ਗੁਜਰਾਨਾ। ਕਵੀ ਰਾਜੀ ਨੇ ਬਚਨ ਕਰਨਾ ਕੀਤਾ, ਉਹਦੀ ਗੁਜ਼ਰ ਬਸਰ ਜਿਹੜੀ ਹੈ ਜ਼ਿਆਦੀ ਨਹੀਂ ਸੀ, ਭਾਵ ਕਿ ਉਹਦੀ ਆਮਦਨੀ ਬਹੁਤ ਘੱਟ ਸੀ, ਅਲਪ ਦੇ ਵਿੱਚ, ਅਲਪ ਮਾਇਆ ਦੇ ਵਿੱਚ ਉਹਦਾ ਗੁਜਰਾਨਾ ਚੱਲਦਾ ਹੈ। ਕਰੈ ਸੇਵ ਸਿੱਖਨ ਕੀ ਸੋਏ। ਲੇਕਿਨ ਕੀ ਹੈ ਪਿਆਰਿਓ, ਬੇਸ਼ੱਕ ਮਾਇਆ ਦਾ ਘਾਟਾ ਹੈ, ਲੇਕਿਨ ਜੋ ਅੰਦਰ ਜਜ਼ਬਾ ਹੈ ਸਿੱਖਾਂ ਦੇ ਪ੍ਰਤੀ, ਜੋ ਪ੍ਰੇਮ ਹੈ ਉਹ ਬਹੁਤ ਜ਼ਿਆਦਾ ਵੱਧ ਚੜ ਕਰਕੇ ਹੈ। ਬੇਸ਼ੱਕ ਪਿਆਰਿਓ ਮਾਇਆ ਪੱਖੋਂ ਉਹ ਬਹੁਤ ਖਸਤੀ ਹਾਲਾਤ ਦੇ ਵਿੱਚ ਹੈ, ਲੇਕਿਨ ਕੋਈ ਵੀ ਗੁਰੂ ਕਾ ਪਿਆਰਾ, ਕੋਈ ਵੀ ਗੁਰੂ ਕਾ ਸਿੱਖ ਆ ਜਾਵੇ, ਜਿੰਨਾ ਸਰਦਾ ਬਣਦਾ ਯਥਾ ਸ਼ਕਤ ਉਹ ਸਿੱਖਾਂ ਦੀ ਸੇਵਾ ਕਰਿਆ ਕਰਦਾ। ਆਸਨ ਅਚਾਵਹਿ ਜੋ ਕਰ ਹੋਏ। ਜਿਹੜਾ ਵੀ ਕੋਈ ਗੁਰੂ ਕਾ ਪਿਆਰਾ ਸਿੱਖ ਆ ਜਾਵੇ ਉਹਨੂੰ ਬਿਠਾ ਕਰਕੇ, ਜਿੰਨਾ ਉਹ ਤੋਂ ਸਰਦਾ ਬਣਦਾ ਨਾ,
ਰੁੱਖਾ ਸੁੱਖਾ ਕਿਉਂ ਨਾ ਹੋਵੇ, ਸਿੱਖਾਂ ਨੂੰ ਖਾਲੀ ਨਹੀਂ ਭੇਜਦਾ। ਘਰ ਵਿੱਚ ਜਿਹੜਾ ਵੀ ਆ ਜਾਵੇ ਉਹਨੂੰ ਪ੍ਰਸ਼ਾਦਾ ਪਾਣੀ ਉਹਦੀ ਯਥਾ ਸ਼ਕਤ ਸੇਵਾ ਕਰਕੇ ਭੇਜਣੀ ਹੈ। ਸੰਜ ਜੇ ਹੋਏ ਨਾ ਪ੍ਰਾਪਤ ਪ੍ਰਾਤ। ਹੁਣ ਉਹਦੀ ਹਾਲਾਤ ਕਵੀ ਰਾਜ ਜੀ ਦੱਸਦੇ ਹਨ। ਇੰਨੀ ਖਸਤੀ ਹਾਲਾਤ ਸੀ ਉਹ ਸਿੱਖ ਦੀ, ਜੇ ਸ਼ਾਮਾਂ ਨੂੰ ਪ੍ਰਸ਼ਾਦਾ ਮਿਲ ਗਿਆ ਤੇ ਸਵੇਰੇ ਉਹਨੂੰ ਫਾਂਕੇ ਕੱਟਣੇ ਪੈਂਦੇ ਸਨ। ਹਾਥ ਨਾ ਆਏ ਆਹਾਰ ਅਘਾਤ। ਚੰਗੀ ਕਿਉਂਕਿ ਇਹ ਸਭ ਜਿਹੜਾ ਪਿਆਰਿਓ ਮਾਇਆ ਦਾ ਖੇਲ ਹੈ। ਲੇਕਿਨ ਜੇ ਮਾਇਆ ਦਾ ਘਾਟਾ ਹੋਵੇ ਤੇ ਰੁੱਖਾ ਸੁੱਖਾ ਸ਼ੱਕ ਕਰਕੇ ਤੁਹਾਡਾ ਗੁਜ਼ਰ ਬਸਰ ਤੁਹਾਨੂੰ ਕਰਨਾ ਪਵੇਗਾ। ਇੰਜ ਪਿਆਰਿਓ ਇਹ ਕੀ ਕਰਦਾ ਹੈ ਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਆਹਾਰ ਇਹਦੇ ਹੱਥ ਵਿੱਚ ਨਹੀਂ ਆਉਂਦਾ। ਜੋ ਕਰ ਹੋਵੈ ਸਿੱਖਨ ਖਵਾਵੈ। ਜੋ ਵੀ ਘਰ ਦੇ ਵਿੱਚ ਰਹਿ ਵੀ ਜਾਵੇ, ਕੋਈ ਗੁਰੂ ਕਾ ਸਿੱਖ ਆ ਜਾਵੇ, ਯਥਾ ਸ਼ਕਤ ਉਹਦੀ ਸੇਵਾ ਕਰ ਦਿੰਦਾ ਹੈ। ਨਹਿ ਜੇ ਹੋਏ ਤਬ ਜਾਚ ਸੋ ਲਿਆਵੈ। ਤੇ ਜੇ ਘਰ ਦੇ ਵਿੱਚ ਕੁਝ ਵਸਤੂਆਂ ਦੀ ਨਾ ਹੋਵੇ, ਥੁੜ ਹੋਵੇ, ਤੇ ਕੀ ਕਰਦਾ, ਦੂਜਿਆਂ ਦੇ ਘਰ ਦੇ ਵਿੱਚ ਜਾ ਕਰਕੇ ਮੰਗ ਕਰਕੇ ਫਿਰ ਉਹ ਲਿਆ ਕਰਕੇ ਸਿੱਖਾਂ ਨੂੰ ਇਹ ਪ੍ਰਸ਼ਾਦਾ ਛਕਾ ਦਿੰਦਾ ਸੀ। ਦੋਹਰਾ ਜਾਵਹਿ ਜਾਚਨ ਸਿੱਖ ਹਿਤ, ਨਿਜ ਹਿਤ ਜਾਤ ਨਾ ਸੋ। ਕਵੀ ਰਾਜ ਜੀ ਨੇ ਵੀ ਪਿਆਰਿਓ ਇਹ ਖੁਲਾਸਾ ਕਰ ਦਿੱਤਾ ਕਿ ਮਤਾ ਕਿਤੇ ਕੋਈ ਇਹ ਨਾ ਸਮਝੇ ਕਿ ਲਓ ਜੀ ਗੁਰੂ ਕਾ ਸਿੱਖ ਰਹਿ ਕਰਕੇ ਇਹ ਲੋਕਾਂ ਦੇ ਘਰ ਦੇ ਵਿੱਚ ਜਾ ਕਰਕੇ ਮੰਗ ਕੇ ਲੈ ਕੇ ਆਉਂਦਾ, ਮੰਗ ਕੇ। ਤੇ ਕਵੀ ਰਾਜ ਜੀ ਨੇ ਸਪਸ਼ਟ ਕਰ ਦਿੱਤਾ ਕਿ ਆਪਣੇ ਵਾਸਤੇ ਸਿੱਖ ਜਿਹੜਾ ਕਦੇ ਵੀ ਨਹੀਂ ਮੰਗਦਾ, ਭਾਵੇਂ ਜੋ ਮਰਜ਼ੀ ਹੋ ਜਾਵੇ, ਭੁੱਖਾ ਮਰ ਜਾਵੇ, ਲੇਕਿਨ ਆਪਣੇ ਵਾਸਤੇ, ਆਪਣੇ ਪਰਿਵਾਰ ਦੇ ਵਾਸਤੇ ਭੀਖ ਨਹੀਂ ਮੰਗਦਾ, ਦੂਜਿਆਂ ਕੋਲ ਨਹੀਂ ਮੰਗਦਾ। ਹਾਂ, ਕੋਈ ਗੁਰੂ ਕਾ ਸਿੱਖ ਆ ਜਾਵੇ, ਗੁਰੂ ਕਾ ਪਿਆਰਾ ਆ ਜਾਵੇ, ਉਹਦੀ ਸੇਵਾ ਕਰਨ ਵਾਸਤੇ ਕੀ ਕਰਦਾ, ਦੂਜੇ ਸਿੱਖਾਂ ਦੇ ਕੋਲ ਜਾ ਕਰਕੇ ਉਹਨਾਂ ਨੂੰ ਬੇਨਤੀ ਕਰਨੀ ਹੈ, ਕਹਿਣਾ ਕਿ ਭਾਈ ਅੱਜ ਗੁਰੂ ਕੇ ਪਿਆਰੇ ਆ ਗਏ ਮੇਰੇ ਘਰ ਦੇ ਵਿੱਚ। ਮੇਰੇ ਘਰ ਦੇ ਵਿੱਚ ਤਾਂ ਭਾਈ ਬਹੁਤ ਜ਼ਿਆਦੀ ਦਲਿੱਦਰਤਾ ਹੈ, ਮਾਇਆ ਨਹੀਂ ਹੈ, ਪਦਾਰਥ ਨਹੀਂ ਹੈ, ਚਲੋ ਤੁਸੀਂ ਕੋਈ ਪਦਾਰਥ ਦੇ ਦਿਓ, ਉਹ ਪਦਾਰਥ ਜਾ ਕਰਕੇ ਮੈਂ ਸਿੱਖਾਂ ਨੂੰ ਛਕਾ ਦੇਵਾਂ, ਉਹਨਾਂ ਦੀ ਮੈਂ ਸੇਵਾ ਕਰ ਦੇਵਾਂ। ਇਸ ਤਰ੍ਹਾਂ ਸਿੱਖਾਂ ਦੇ ਵਾਸਤੇ ਜੇ ਲੋੜ ਪਈ ਤਾਂ ਮੰਗ ਕੇ ਲੈ ਕੇ ਆਉਂਦਾ, ਲੇਕਿਨ ਆਪਣੇ ਵਾਸਤੇ ਇਹ ਕਦੇ ਮੰਗ ਕੇ ਨਹੀਂ ਛਕਦਾ। ਜਿਉਂ ਤਿਉਂ ਅਸਨ ਕਰਾਵਈ ਸਿੱਖ ਆਏ ਜੇ ਕੋਈ ਵੀ ਜੇ ਗੁਰੂ ਕਾ ਪਿਆਰਾ ਸਿੱਖ ਆ ਜਾਵੇ ਪਿਆਰਿਓ, ਤੇ ਕਿਸ ਤਰ੍ਹਾਂ ਵੀ ਕਰਕੇ ਕਈ ਉਪਰਾਲੇ, ਕਈ ਯਤਨ ਕਰਕੇ ਸਿੱਖ ਨੂੰ ਖਾਲੀ ਨਹੀਂ ਭੇਜਦਾ। ਉਹਨਾਂ ਦੀ ਇਹ ਜਥਾ ਸ਼ਕਤ ਸੇਵਾ ਕਰਿਆ ਕਰਦਾ। ਚੌਪਈ ਪਹੁੰਚੇ ਤਹਿ ਨਿਕੇਤ ਪ੍ਰਭ ਜਾਏ। ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਇਹ ਸਿੱਖ ਦੇ ਬਾਬਤ ਪਤਾ ਚੱਲਿਆ, ਸਤਿਗੁਰੂ ਮਹਾਰਾਜ ਜੀ ਨੇ ਇਹਦੀ ਪਰਖ ਕਰਨ ਵਾਸਤੇ ਮਹਾਰਾਜ ਆਪ ਚੱਲ ਕਰਕੇ ਇਹਦੇ ਘਰ ਦੇ ਵਿੱਚ ਗਏ ਹਨ। ਬੰਧਨ ਕਰਹੀ ਸਿੱਖ ਤਬ ਧਾਏ। ਜਦੋਂ ਸਿੱਖ ਨੂੰ ਪਤਾ ਚੱਲਿਆ ਕਿ ਆਪ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਮੁਰਸ਼ਿਦ ਮੇਰੇ ਘਰ ਦੇ ਵਿੱਚ ਆਏ, ਤੇ ਉਹ ਗੁਰੂ ਕਾ ਪਿਆਰਾ ਅੱਗੇ ਵੱਧ ਕਰਕੇ ਉਹਨੇ ਬੰਦਨਾ ਕਰਨੀ ਕੀਤੀ। ਨਿਜ ਨਾਰੀ ਸੋ ਗਿਰਾ ਉਚਾਰੀ। ਉਹ ਸਿੱਖ ਨੇ ਆਪਣੇ ਘਰਵਾਰੀ ਦੇ ਤਾਈ ਇਹ ਬਚਨ ਉਚਾਰਨ ਕੀਤਾ। ਪੂਰਨ ਕਰੋ ਆਹਾਰ ਤਿਆਰੀ। ਕਹਿੰਦਾ ਕਿ ਭਾਗਵਾਨੇ ਅੱਜ ਤਾਂ ਸਾਡੇ ਭਾਗ ਜਾਗਰਤ ਹੋ ਗਏ ਹਨ, ਭਾਗ ਖੁੱਲ ਗਏ ਹਨ, ਕਿਉਂਕਿ ਖੁਦ ਖੁਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਘਰ ਦੇ ਵਿੱਚ ਆਏ। ਤੂੰ ਇੱਕ ਕੰਮ ਕਰਨਾ ਕਰ, ਮੈਂ ਮਹਾਰਾਜ ਜੀ ਦੀ ਉਦੋਂ ਤੱਕ ਮੁੱਠੀ ਚਾਪੀ ਕਰਦਾ, ਸੇਵਾ ਕਰਦਾ। ਤੂੰ ਘਰ ਦੇ ਵਿੱਚ ਜਾ ਕਰਕੇ ਅੰਨ ਪਾਣੀ ਦਾ ਪ੍ਰਬੰਧ ਕਰਨ ਵਾਸਤੇ, ਸਤਿਗੁਰੂ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਉਹ ਨਗਰ ਦੇ ਵਿੱਚ ਚੱਲ ਗਿਆ। ਜਿਹ ਕੋ ਜਾਚਹਿ ਦੇ ਸੋ ਨਾਹੀ। ਹੁਣ ਸਤਿਗੁਰੂ ਮਹਾਰਾਜ ਜੀ ਵੀ ਪਿਆਰਿਓ ਇਹਦੀ ਪਰਖ ਕਰ ਰਹੇ ਹਨ, ਕਿਉਂਕਿ ਜਦੋਂ ਪਰਖ ਆਪਾਂ ਕਰਦੇ ਆ, ਜਿਸ ਤਰ੍ਹਾਂ ਕਿ ਚੌਰੀ ਜਿਹੜਾ ਹੁੰਦਾ ਨਾ, ਤੇ ਪਿਆਰਿਓ ਉਹ ਹੀਰੇ ਦੀ ਪਰਖ ਕਰਦਾ, ਰਗੜ ਕਰਕੇ ਵੇਖਦਾ, ਹਰ ਤਰ੍ਹਾਂ ਦੇ ਨਾਲ ਪਰਖ ਕਰਕੇ ਸਭ ਬਿਦ ਮਾਨਿਓ ਮਨ ਤਬ ਹੀ ਪ੍ਰੇ ਭਇਓ ਪ੍ਰਸੰਨ। ਜਦੋਂ ਹਰ ਪੱਖ ਦੇ ਨਾਲ ਮਨ ਮੰਨ ਜਾਂਦਾ ਤਾਂ ਜਾ ਕਰਕੇ ਫਿਰ ਗੁਰੂ ਉਹਦੇ ਉੱਤੇ ਪ੍ਰਸੰਨ ਹੁੰਦੇ ਹਨ। ਹੁਣ ਇਹਦੀ ਪਰਖ ਮਹਾਰਾਜ ਜੀ ਨੇ ਕਰਨੀ ਹੈ। ਮਹਾਰਾਜ ਜੀ ਨੇ ਇਹੋ ਜੀ ਕਲਾ ਵਰਤਾ ਦਿੱਤੀ। ਪਹਿਲੇ ਤਾਂ ਕੀ ਹੁੰਦਾ ਸੀ, ਘਰ ਦੇ ਵਿੱਚ ਇਹ ਛਕਾ ਦਿਆ ਕਰਦਾ, ਜੇ ਘਰ ਦੇ ਵਿੱਚ ਨਹੀਂ ਹੈ ਦੂਜਿਆਂ ਦੇ ਕੋਲੋਂ, ਸਿੱਖਾਂ ਦੇ ਕੋਲੋਂ ਮੰਗ ਕੇ ਲੈ ਕੇ ਆਉਂਦਾ। ਲੇਕਿਨ ਅੱਜ ਮਹਾਰਾਜ ਜੀ ਨੇ ਇਹੋ ਜੀ ਖੇਡ ਵਰਤਾ ਦਿੱਤੀ
ਆ ਸਿੱਖ ਜਿਹੜਾ ਜਿਨ੍ਹਾਂ ਦੇ ਵੀ ਘਰ ਦੇ ਵਿੱਚ ਜਾਂਦਾ, ਅੱਗੋਂ ਉਹਨਾਂ ਨੇ ਬੂਹੇ ਬੰਦ ਕਰ ਦਿੱਤੇ, ਅੱਗੋਂ ਉਹਨਾਂ ਨੇ ਕੋਈ ਪ੍ਰਸ਼ਾਦਾ ਕੋਈ ਰਾਸ਼ਨ ਨਹੀਂ ਦਿੱਤਾ ਸਿੱਖ ਨੂੰ। ਦੋਹਰਾ ਸਿੱਖਨ ਮਿਸ ਅਹਿਮਾ, ਸਿੱਖ ਆਏ ਹਨ, ਪ੍ਰਸ਼ਾਦਾ ਪਾਣੀ ਦੀ ਲੋੜ ਹੈ, ਤੁਸੀਂ ਅੰਨ ਪਾਣੀ ਦੇ ਦਿਓ, ਤਾਂ ਉਹ ਗੁਰੂ ਕੇ ਸਿੱਖ ਦੇ ਦਿਆ ਕਰਦੇ ਸਨ। ਲੇਕਿਨ ਅੱਜ ਮਹਾਰਾਜ ਜੀ ਨੇ ਇਹੋ ਜੀ ਖੇਡ ਵਰਤਾਈ ਹੈ, ਜਿਨ੍ਹਾਂ ਕੋਲ ਵੀ ਜਾ ਕਰਕੇ ਮੰਗਦਾ ਉਹਨਾਂ ਨੇ ਅੱਗੋਂ ਬੂਹੇ ਬੰਦ ਕਰ ਦਿੱਤੇ ਤੇ ਨਾਲ ਕਹਿ ਦਿੱਤਾ ਕਿ ਕਮਾਲ ਹੋ ਗਈ ਸਿੱਖਾ, ਤੂੰ ਤਾਂ ਐ ਕਮਾਲ ਦਾ ਹੀ ਕੰਮ ਕਰ ਰਿਹਾ, ਨਾਮ ਤਾਂ ਸਿੱਖਾਂ ਦਾ ਲਾ ਕਰਕੇ ਕਿ ਘਰ ਦੇ ਵਿੱਚ ਗੁਰੂ ਕੇ ਸਿੱਖ ਆਏ ਹਨ, ਉਹਨਾਂ ਦੀ ਟਹਿਲ ਕਰਨੀ ਹੈ ਕਹਿ ਕਰਕੇ ਮੰਗਦਾ। ਲੇਕਿਨ ਸਾਨੂੰ ਪਤਾ ਚੱਲਿਆ ਤੂੰ ਕੋਈ ਸਿੱਖ ਦੀ ਸੇਵਾ ਨਹੀਂ ਕਰਦਾ, ਸਾਤੋਂ ਮੰਗ ਕਰਕੇ ਤੂੰ ਆਪ ਖਾ ਜਾਂਦਾ, ਆਪਣੇ ਪਰਿਵਾਰ ਨੂੰ ਖਵਾ ਦਿੰਦਾ। ਅਸ ਕਹਿ ਦਿਓ ਨਾ ਕੇਸ਼ੁ ਤੇਸ ਬੈਠਿਓ ਛੂਛਾ ਆ। ਇਸ ਤਰ੍ਹਾਂ ਕਿਨੇ ਵੀ ਪਿਆਰਿਓ ਕੋਈ ਉਹਨੂੰ ਮਾਇਆ ਜਾਂ ਕੋਈ ਉਹਨੂੰ ਰਸ ਦਿੱਤੀ ਹੈ, ਫਿਰ ਖਾਲੀ ਹੋ ਕਰਕੇ ਆ ਕਰਕੇ ਬੈਠ ਗਿਆ। ਚੌਪਈ ਤਿਸ ਦਿਨ ਰਾਜੇ ਛਿੰਝ ਪਵਾਈ। ਤਾਂ ਪਿਆਰਿਓ ਜਦੋਂ ਆ ਕਰਕੇ ਆਪਣੇ ਘਰ ਦੇ ਬਾਰ-ਬਾਰ ਬੈਠਿਆ ਹੋਇਆ ਸੀ ਨਾ ਕਿ ਹੁਣ ਮੈਂ ਕੀ ਕਰਨਾ ਕਰਾਂ, ਕੀ ਯਤਨ ਕਰਨਾ ਕਰਾਂ, ਇਹ ਵਿਚਾਰ ਹੀ ਚੱਲ ਰਿਹਾ ਸੀ ਮਨ ਦੇ ਵਿੱਚ। ਉਹਨੇ ਕੋ ਚਿਰ ਨੂੰ ਪਿਆਰਿਓ ਜਿਹੜਾ ਡੁੰਡੀ ਪਿੱਟਣ ਵਾਲਾ ਜਿਹੜਾ ਹੁੰਦਾ ਨਾ, ਉਹਨੇ ਆ ਕਰਕੇ ਜਿਹੜਾ ਹੈ ਹੋਕਾ ਦੇ ਦਿੱਤਾ, ਉਹਨੇ ਕਹਿ ਦਿੱਤਾ ਕਿ ਅੱਜ ਰਾਜੇ ਨੇ ਬਹੁਤ ਵੱਡੀ ਛਿੰਝ ਜਿਹੜੀ ਹੈ ਪਾਉਣੀ ਕੀਤੀ ਹੈ, ਜਿਹਨੂੰ ਆਪਾਂ ਦੰਗਲ ਬੋਲਦੇ ਆ, ਬਹੁਤ ਵੱਡੀ ਛਿੰਝ ਪਾਉਣੀ ਕੀਤੀ ਹੈ, ਬਹੁਤ ਵੱਡਾ ਉਹਨੇ ਦੰਗਲ ਕਰਨਾ ਕੀਤਾ। ਸਹਸ ਰੁਪਈਏ ਜੀਤਹਿ ਲੇਵਹਿ, ਜਿਹੜਾ ਜਿੱਤ ਜਾਵੇਗਾ ਨਾ ਦੰਗਲ ਦੇ ਵਿੱਚ ਉਹਨੂੰ 1000 ਦਮੜਾ ਮਿਲੇਗਾ। ਹਾਰਹਿ ਅਰਧ ਤਾਹਿ ਤੇ ਦੇਵਹਿ, ਜਿਹੜਾ ਕੋਈ ਹਾਰ ਜਾਵੇ ਨਾ, ਹਾਰਨ ਵਾਲੇ ਨੂੰ ਵੀ ਖਾਲੀ ਨਹੀਂ ਭੇਜਣਾ ਹੈ, ਹਾਰਨ ਵਾਲੇ ਨੂੰ 500 ਦਮੜਾ ਪ੍ਰਾਪਤ ਹੋਵੇਗਾ। ਸੁਣ ਕੇ ਹਰਖ ਚਲਿਓ ਤਹਿ ਥਾਈ। ਸੁਣ ਕਰਕੇ ਇਹ ਜਿਹੜਾ ਸਿੱਖ ਇਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਾਅ ਪੈਦਾ ਹੋ ਗਿਆ, ਹੁਣ ਚਾਅ ਦੇ ਨਾਲ ਉੱਥੇ ਜਾ ਕਰਕੇ ਪਹੁੰਚ ਗਿਆ। ਯੁਕਤ ਮਲ ਬਹੁ ਨਰ ਇਕ ਠਾਈ। ਉੱਥੇ ਕੀ ਤੱਕਦਾ ਹੈ ਕਿ ਵੱਡੇ ਵੱਡੇ ਭਲਵਾਨ ਜੋ ਹਨ ਉਹ ਮੱਲ ਅਖਾੜੇ ਦੇ ਵਿੱਚ ਬੈਠੇ ਹੋਏ ਹਨ। ਭਇਓ ਮਲ ਕੇ ਸਨਮੁਖ ਜਬ ਹੀ। ਇਹਨੇ ਕੀ ਕਰਨਾ ਕੀਤਾ, ਜੋ ਸਭ ਤੋਂ ਅਖੀਰ ਦਾ ਵੱਡਾ ਪਹਿਲਵਾਨ ਸੀ, ਜਦੋਂ ਉਹਦੀ ਵਾਰੀ ਆਈ, ਉਹਨੇ ਆ ਕਰਕੇ ਜਦੋਂ ਆਪਣਾ ਦਾਵਾ ਪੇਸ਼ ਕਰਨਾ ਕੀਤਾ, ਦੰਗਲ ਦੇ ਵਿੱਚ ਉਤਰਿਆ, ਉਹਨੇ ਕਿਹਾ ਹੈ ਭਾਈ ਕੋਈ ਲੜਨ ਵਾਲਾ ਮੇਰੇ ਨਾਲ ਉਹ ਮੈਦਾਨ ਦੇ ਵਿੱਚ ਆ ਜਾਵੇ। ਤਾਂ ਪਿਆਰਿਓ ਉਹ ਇੰਨਾ ਤਗੜਾ ਸੀ ਪਹਿਲਵਾਨ, ਉਹਨੂੰ ਉਹ ਤੋਂ ਸਾਰੇ ਲੋਕ ਡਰਦੇ ਸਨ। ਸਾਰੇ ਵੱਡੇ ਤੋਂ ਵੱਡੇ ਪਹਿਲਵਾਨ ਆਦਿਕ ਉਹ ਸਾਰੇ ਚੁੱਪ ਹੋ ਗਏ, ਕੋਈ ਦੰਗਲ ਦੇ ਵਿੱਚ ਮੈਦਾਨ ਦੇ ਵਿੱਚ ਨਹੀਂ ਉਤਰਿਆ। ਤੇ ਹੁਣ ਸਿੱਖ ਨੇ ਕੀ ਕਰਨਾ ਕੀਤਾ, ਕਿਉਂਕਿ ਸਿੱਖ ਨੂੰ ਪਤਾ ਸੀ ਜਿਹੜਾ ਜਿੱਤੇਗਾ ਉਹਨੂੰ ਤਾਂ 1000 ਦਮੜਾ ਮਿਲ ਜਾਵੇਗਾ। ਤੇ ਹੁਣ ਜਦੋਂ ਮੈਂ ਹੁਣ ਮੱਲ ਦੇ ਵਿੱਚ ਉਤਰਾਂਗਾ, ਇਹ ਅਖਾੜੇ ਦੇ ਵਿੱਚ ਉਤਰਾਂਗਾ, ਇਹਨੇ ਤਾਂ ਮੈਨੂੰ ਮਾਰ ਦੇਣਾ। ਬੇਸ਼ੱਕ ਕੋਈ ਗੱਲ ਨਹੀਂ ਹੈ, ਮੈਂ ਮਰ ਜਾਵਾਂ, ਲੇਕਿਨ 500 ਦਮੜਾ ਤਾਂ ਮਿਲ ਜਾਵੇਗਾ। ਉਹ 500 ਦਮੜਾ ਮੇਰੇ ਘਰ ਦੇ ਵਿੱਚ ਪਹੁੰਚ ਜਾਵੇਗਾ। ਉਹ ਮਾਇਆ ਦੇ ਨਾਲ ਮੈਂ ਯਥਾ ਸ਼ਕਤ ਮੇਰਾ ਪਰਿਵਾਰ, ਮੇਰੇ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰ ਸਕਦਾ। ਦੇਖੋ ਪਿਆਰਿਓ ਕਿੰਨੀ ਜ਼ਿਆਦੀ ਸਿੱਖਾਂ ਦੇ ਮਨ ਦੇ ਵਿੱਚ ਸੇਵਾ ਦੀ ਭਾਵਨਾ ਹੁੰਦੀ ਹੈ। ਆਪਣਾ ਆਪਾ ਗੁਰੂ ਕੇ ਸਿੱਖ ਸੇਵਾ ਵਾਸਤੇ ਸਭ ਕੁਰਬਾਨ ਕਰ ਦਿੰਦੇ ਹਨ, ਸਭ ਨਿਛਾਵਰ ਕਰ ਦਿੰਦੇ ਹਨ। ਇਸ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਹੈ, ਜਦੋਂ ਉਸ ਮੱਲ ਨੇ ਆਪਣੇ ਡੰਡ ਪਟਨੇ ਕੀਤੇ ਤਾਂ ਜਦੋਂ ਉਹਨੇ ਲਲਕਾਰਾ ਦਿੱਤਾ, ਸਾਰੇ ਪਿੱਛੇ ਹਟ ਗਏ ਤੇ ਉਸ ਮੱਲ ਅਖਾੜੇ ਦੇ ਵਿੱਚ ਗੁਰੂ ਕਾ ਸਿੱਖ ਪਹੁੰਚ ਗਿਆ। ਦੇਖ ਕੋ ਦੇਖ ਹਸੇ ਨਰ ਸਭ। ਉਹ ਸਿੱਖ ਨੂੰ ਵੇਖ ਕਰਕੇ ਸਾਰੇ ਜਿਹੜੇ ਲੋਕ ਤਮਾਸ਼ਾ ਵੇਖਣ ਵਾਲੇ ਉਹ ਇੱਕਦਮ ਹੱਸ ਪਏ। ਮੱਲ ਭੂਪ ਕੋ ਬਲੀ ਬਡੇਰਾ। ਸਾਰੇ ਕਹਿੰਦੇ ਕਿ ਭਾਈ ਸਿੱਖਾ ਤੂੰ ਪਾਸੇ ਹਟ ਜਾ, ਤੈਨੂੰ ਨਹੀਂ ਪਤਾ ਇਹ ਤਾਂ ਰਾਜੇ ਦਾ ਮੱਲ ਹੈ, ਇਹ ਸਭ ਤੋਂ ਵੱਡਾ ਪਹਿਲਵਾਨ ਹੈ ਤੇ ਇਹ ਬਹੁਤ ਤਗੜਾ ਪਹਿਲਵਾਨ ਹੈ। ਚੂਰਨ ਕਰ ਸਰਬਤਨ ਤੇਰਾ। ਤੈਨੂੰ ਕੀ ਲੱਗਦਾ ਤੂੰ ਜਿੱਤ ਜਾਵੇਗਾ? ਤੈਨੂੰ ਤਾਂ ਜਿੱਤਣ ਯੋਗ ਨਹੀਂ, ਹਾਰਨ ਯੋਗ ਵੀ ਨਹੀਂ ਛੱਡਣਾ। ਤੇਰਾ ਸਰੀਰ ਇਹਨੇ ਮਾਰ ਕਰਕੇ ਮਸਲ ਕਰਕੇ ਚੂਰਨ ਕਰ ਦੇਣਾ ਹੈ। ਗੁਰਮਹਿ ਧਰ ਕੇ ਗਰਭ ਚਾਹਿਓ ਲਰੈ ਕੇਹਰੀ ਸੰਗਾ। ਹਿਰਨ ਦੇ ਮਨ ਦੇ ਵਿੱਚ ਗਰਭ ਆ ਗਿਆ, ਅਹੰਕਾਰ ਆ ਕਰਕੇ ਉਹ ਕਵੇ ਕਿ ਅੱਜ ਮੈਂ ਜਾ ਕਰਕੇ ਭਾਈ ਸ਼ੇਰ ਦੇ ਨਾਲ ਮੁਕਾਬਲਾ ਕਰਾਂ, ਸ਼ੇਰ ਨੂੰ ਮਾਰ ਦਵਾਂ।
ਇਹ ਕਦੇ ਹੋ ਸਕਦਾ? ਇੱਕ ਹਿਰਨ ਦੇ ਬਸ ਦੇ ਵਿੱਚ ਤਾਂ ਨਹੀਂ ਪਿਆਰਿਓ। ਹਿਰਨਾਂ ਦੀਆਂ ਡਾਰਾਂ ਵੀ ਆ ਜਾਣ ਤਾਂ ਕੱਲਾ ਸ਼ੇਰ ਜਿਹੜਾ ਉਹਨਾਂ ਦੇ ਉੱਤੇ ਭਾਰੀ ਪੈ ਜਾਂਦਾ। ਭਾਵ ਕਿ ਸਿੱਖ ਦੀ ਹਾਲਾਤ ਨੂੰ ਵੇਖ ਕਰਕੇ ਲੋਕੀ ਕਹਿੰਦੇ ਇਹ ਤਾਂ ਹਰਨ ਦੀ ਤੇ ਸ਼ੇਰ ਦੀ ਲੜਾਈ ਹੋ ਰਹੀ ਹੈ। ਤਿਸ ਬਿਦ ਤੈਂ ਕਿਆ ਮਨ ਮਹਿ ਧਾਰੀ। ਉਹ ਸਿੱਖ ਨੂੰ ਸਾਰੇ ਸਮਝਾਉਂਦੇ ਹਨ, ਇਸ ਤਰ੍ਹਾਂ ਤੂੰ ਆਪਣੇ ਮਨ ਵਿੱਚ ਕਿਉਂ ਧਾਰਨ ਕਰਦਾ? ਚਹਿਤ ਮ੍ਰਿਤ ਕੋ ਮਲ ਅਗਾਰੀ। ਜੇ ਮਰਨਾ ਨਾ ਤੇ ਪਾਸੇ ਹੋ ਕਰਕੇ ਮਰ ਜਾ, ਕਿਉਂਕਿ ਉੱਥੇ ਤਾਂ ਬਚ ਸਕਦਾ। ਇਹ ਜੋ ਪਹਿਲਵਾਨ ਹੈ ਇਹਦੇ ਅੱਗੇ ਕੋਈ ਬਚ ਨਹੀਂ ਸਕਦਾ। ਵੱਡੇ ਪਹਿਲਵਾਨਾਂ ਨੂੰ ਇਹਨੇ ਧੂੜ ਚਖਾ ਦਿੱਤੀ ਹੈ। ਭਾਵ ਕਿ ਇਹਨੇ ਕਈਆਂ ਨੂੰ ਮਾਰ ਦਿੱਤਾ ਤੇ ਤੂੰ ਕੀ ਸੋਚਦਾ ਤੈਨੂੰ ਇਹਨੇ ਛੱਡ ਦੇਣਾ? ਤੂੰ ਤਾਂ ਹਾਰਦਾ ਜਾਵੇਗਾ, ਇਹ ਤਾਂ ਗੱਲ ਪੱਕੀ ਹੈ। ਨਾਲ ਇਹਨੇ ਤੈਨੂੰ ਜਿੰਦਾ ਛੱਡਣਾ ਹੀ ਨਹੀਂ ਹੈ, ਤੈਨੂੰ ਮਾਰ ਦੇਣਾ। ਕਿਉਂ ਆਪਣੀ ਜਾਨ ਤੋਂ ਤੂੰ ਹੱਥ ਧੋਣਾ ਚਾਹੁੰਦਾ? ਦੋਹਰਾ ਪਰਜਿਓ ਤਿਸ ਕੋ ਨਹਿ ਰਹਿਓ ਕਹਿਓ ਜਾਇ ਜੇ ਪ੍ਰਾ। ਉਹਨੂੰ ਫਿਰ ਆਮ ਲੋਕਾਂ ਨੇ ਬੜਾ ਵਿਵਰਜਿਤ ਕਰਨਾ ਕੀਤਾ, ਬਹੁਤ ਰੋਕਣ ਦਾ ਯਤਨ ਕੀਤਾ ਕਿ ਸਿੱਖਾ ਤੂੰ ਰੁਕ ਜਾ, ਚੰਗਾ ਭਲਾ ਮਾਨਸ ਹੈ। ਲੇਕਿਨ ਸਿੱਖ ਪਿਆਰਿਓ ਨਹੀਂ ਹਟਿਆ, ਕਹਿੰਦਾ ਕਿ ਭਾਵੇਂ ਮੇਰੇ ਪ੍ਰਾਣ ਚੱਲ ਜਾਣ। ਇਸ ਤੇ ਸ਼ੁਭ ਨਹਿ ਕਾਜ ਕੋ ਪਰਹਿਤ ਹੋਵਹਿ ਹਾਨ। ਇਸ ਤੋਂ ਸ਼ੁਭ ਔਰ ਕੀ ਕਾਰਜ ਹੋ ਸਕਦਾ ਕਿ ਮੇਰੇ ਪ੍ਰਾਣ ਚੱਲ ਗਏ, ਲੇਕਿਨ ਮੇਰੇ ਪਰਿਵਾਰ ਨੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਨੀ ਕੀਤੀ ਹੈ। ਇਸ ਤੋਂ ਵੱਡਾ ਸ਼ੁਭ ਅਵਸਰ ਮੈਨੂੰ ਫਿਰ ਕਦੇ ਪ੍ਰਾਪਤ ਹੋਵੇਗਾ। ਇਸ ਕਰਕੇ ਜੇ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਭਾਵੇਂ ਮੇਰਾ ਸਿਰ ਚੱਲ ਜਾਵੇ, ਭਾਵੇਂ ਮੇਰਾ ਸਰੀਰ ਖਤਮ ਹੋ ਜਾਵੇ, ਲੇਕਿਨ ਸਿੱਖੀ ਸਿਦਕ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ। ਚੌਪਈ ਨਿਕਟ ਮਲ ਕੇ ਜਬ ਹੀ। ਇਸ ਤਰ੍ਹਾਂ ਪਿਆਰਿਓ ਜਦੋਂ ਅੱਗੇ ਦੂਜੇ ਪਾਸਿਓਂ ਵੱਡਾ ਮੱਲ ਜਿਹੜਾ ਹੈ ਪਹਿਲਵਾਨ ਉਹ ਆ ਗਿਆ, ਉਤਰ ਗਿਆ ਰਿੰਗਣ ਦੇ ਵਿੱਚ। ਉਹਦੇ ਅੱਗੇ ਜਦੋਂ ਗੁਰੂ ਕਾ ਸਿੱਖ ਪਹੁੰਚ ਗਿਆ, ਅਬ ਲੋਕਿਓ ਅਸ ਬਚਨ ਅਲਾਇ। ਉਹ ਪਹਿਲਵਾਨ ਨੇ ਵੇਖ ਕਰਕੇ ਸਿੱਖ ਦੇ ਤਾਂ ਹੀ ਬਚਨ ਉਚਾਰਨ ਕੀਤਾ। ਤੂੰ ਕਿਉਂ ਮੌਤ ਚਾਹਤ ਬਿਨ ਆਈ। ਕਹਿੰਦਾ ਕਿ ਭਾਈ ਬਗੈਰ ਆਈ ਮੌਤ ਤੂੰ ਕਿਉਂ ਮਰਨਾ ਚਾਹੁੰਦਾ? ਜਾ ਚੰਗੀ ਤਰ੍ਹਾਂ ਜਾ ਕਰਕੇ ਜੀ ਲੈਣਾ ਕਰ, ਆਪਣੀ ਜ਼ਿੰਦਗੀ ਬਤੀਤ ਕਰਨਾ ਕਰ। ਸੁਣਿਆ ਬਹੁਤ ਵਧੀਆ ਤੂੰ ਬੰਦਾ ਹੈ, ਨੇਕ ਇਨਸਾਨ ਹੈ, ਜਾ ਆਪਣੇ ਘਰ ਦੇ ਕੰਮ ਧੰਦੇ ਕਰਨਾ ਕਰ। ਨੇ ਸਰਬ ਬਤਾਈ। ਸੁਣ ਕਰਕੇ ਸਿੱਖ ਨੇ ਜਦੋਂ ਉਹਨੇ ਪੁੱਛਿਆ ਨਾ ਕੀ ਗੱਲ ਹੈ ਭਾਈ ਸਿੱਖਾ, ਤੂੰ ਇੰਜ ਮਰਨ ਵਾਸਤੇ ਕਿਉਂ ਉਤਰ ਗਿਆ ਮੈਦਾਨੇ ਜੰਗ ਦੇ ਵਿੱਚ, ਇਹ ਅਖਾੜੇ ਦੇ ਵਿੱਚ? ਤੇ ਅੱਗੋਂ ਸਿੱਖ ਨੇ ਪਿਆਰਿਓ ਪੂਰੀ ਗੱਲ ਜਿਹੜੀ ਹੈ ਤੁਰੰਤ ਦੱਸ ਦਿੱਤੀ। ਕਹਿ ਦਿੱਤਾ ਗੁਰੂ ਨਾਨਕ ਦੇਵ ਜੀ ਮੇਰੇ ਗੁਰੂ ਮੇਰੇ ਘਰ ਦੇ ਵਿੱਚ ਆਏ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਦੇ ਵਾਸਤੇ ਮੇਰੇ ਕੋਲ ਮਾਇਆ ਨਹੀਂ ਹੈ। ਮੇਰੇ ਮਨ ਵਿੱਚ ਇਹ ਆਇਆ ਤੇਰੇ ਨਾਲ ਲੜਾਈ ਕਰਕੇ ਜਿੱਤਣਾ ਤਾਂ ਕੀ ਹੈ, ਮੈਨੇ ਤਾਂ ਹਾਰ ਜਾਣਾ, ਹਾਰਨਾ ਤਾਂ ਕੀ ਹੈ, ਮੈਨੇ ਤਾਂ ਮਾਰੀ ਜਾਣਾ। ਲੇਕਿਨ ਮੇਰੇ ਪਰਿਵਾਰ ਨੂੰ ਮਾਇਆ ਮਿਲ ਜਾਵੇਗੀ, ਉਹ ਮਾਇਆ ਦੇ ਨਾਲ ਮੇਰੇ ਪਰਿਵਾਰ ਨੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਨੀ ਹੈ। ਬਸ ਮਿੱਤਰਾ ਇਸ ਵਾਸਤੇ ਮੈਂ ਤੇਰੇ ਨਾਲ ਭਿੜਨ ਵਾਸਤੇ ਆ ਗਿਆ ਹਾਂ। ਆਏ ਸੰਤ ਨਿਕੇਤ ਹਮਾਰੇ। ਕਹਿੰਦਾ ਸਾਡੇ ਘਰ ਦੇ ਵਿੱਚ ਬਹੁਤ ਵੱਡੇ ਸੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਏ। ਨਹੀਂ ਅੰਨ ਜੋ ਦੇਉ ਆਹਾਰੇ। ਉਹਨਾਂ ਨੂੰ ਆਹਾਰ ਦੇਣ ਦੇ ਵਾਸਤੇ ਅੰਨ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਦਿਨ ਕੇ ਹਿਤ ਹਉ ਲਰਨ ਆਏ। ਮੈਂ ਆਪਣੇ ਵਾਸਤੇ ਲੜਨ ਵਾਸਤੇ ਨਹੀਂ ਆਇਆ, ਉਹਨਾਂ ਦੇ ਵਾਸਤੇ ਕਿ ਮੈਂ ਉਹਨਾਂ ਦੀ ਸੇਵਾ ਤੋਂ ਵਾਂਝਾ ਨਾ ਰਹਿ ਜਾਵਾਂ। ਇਸ ਕਰਕੇ ਤੇਰੇ ਨਾਲ ਭਿੜਨ ਵਾਸਤੇ ਆਇਆ ਹਾਂ। ਰਿਤ ਹੋਏ ਤੇ ਸੁਖ ਅਧਿਕਾਇ। ਜੇ ਮੈਂ ਮਰ ਵੀ ਜਾਵਾਂ ਨਾ ਤਾਂ ਮੈਨੂੰ ਕੋਈ ਗਮੀ ਨਹੀਂ ਹੈ, ਮਨ ਵਿੱਚ ਤਾਂ ਆਈ ਲੱਗੇਗਾ ਕਿ ਮੈਨੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਨੀ ਕੀਤੀ, ਮੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਸਾਧ ਸਾਧ ਸੁਨ ਕਾਨ ਬਖਾਨਾ। ਇਹ ਸੁਣ ਕਰਕੇ ਕਹਿੰਦਾ ਸ਼ਾਬਾਸ਼ ਸਿੱਖਾ, ਸ਼ਾਬਾਸ਼ ਸਿੱਖਾ, ਤੇਰੇ ਤੇ ਕੁਰਬਾਨ ਜਾਈਏ। ਉੱਤਮ ਮਤ ਤੁਮ ਸੰਤ ਮਹਾਨਾ। ਤੇਰੇ ਉਹ ਸੰਤ ਜਿਹੜੇ ਹਨ ਉਹਨਾਂ ਦੀ ਤਾਂ ਗੱਲ ਹੀ ਛੱਡ ਦੇ, ਲੇਕਿਨ ਤੇਰੀ ਮਤ ਕਿੰਨੀ ਉੱਤਮ ਹੈ, ਕਿੰਨੀ ਤੇਰੀ ਸੋਚਣੀ ਕਿੰਨੀ ਵਧੀਆ ਹੈ, ਤੇ ਨਾਲ ਤੂੰ ਸੰਤ ਮਹਾਨਾ, ਤੂੰ ਕਿੰਨਾ ਵੱਡਾ ਸੰਤ ਹੈ। ਇਹ ਸੰਤਾਂ ਦੀ ਅਵਸਥਾ ਹੁੰਦੀ ਹੈ। ਪਰ ਸਵਾਰਥ ਹਿਤ ਪ੍ਰਾਨ ਨਾ ਪਿਆਰੇ। ਕਿਉਂਕਿ ਗੁਰੂ ਕੇ ਜੋ ਪਿਆਰੇ ਹੁੰਦੇ ਹਨ, ਅਸਲੀ ਸੰਤ ਹੁੰਦਾ
ਜਿਹੜਾ ਪਿਆਰਿਓ ਆਪਣੇ ਵਾਸਤੇ, ਆਪਣੇ ਸਵਾਰਥ ਵਾਸਤੇ ਕਈ ਵਾਰੀ ਲੋਕੀ ਲੜ ਜਾਂਦੇ ਹਨ, ਮਰ ਜਾਂਦੇ ਜਾਂ ਮਾਰ ਦਿੰਦੇ, ਲੇਕਿਨ ਉਹਦੇ ਵਿੱਚ ਉਹਨਾਂ ਦਾ ਆਪਣਾ ਨਿੱਜੀ ਸਵਾਰਥ ਹੁੰਦਾ। ਲੇਕਿਨ ਤੂੰ ਤਾਂ ਪਰ ਸਵਾਰਥ ਦੇ ਵਾਸਤੇ, ਦੂਜਿਆਂ ਦੇ ਭਲੇ ਦੇ ਵਾਸਤੇ ਇੰਨਾ ਸਭ ਕੁਝ ਕਰ ਰਿਹਾ ਹੈ। ਨਿਸੰਗ ਮੋਰ ਸੰਗਾਰੇ, ਉਹਨੇ ਵੀ ਹੌਲੀ ਜੀ ਕਹਿ ਦਿੱਤਾ, ਕੋਈ ਗੱਲ ਨਹੀਂ ਹੈ, ਮੈਂ ਸਮਝ ਗਿਆ ਹਾਂ, ਚੱਲ ਹੁਣ ਨਿਰਸੰਗ ਹੋ ਕਰਕੇ ਮੇਰੇ ਨਾਲ ਲੜਨਾ ਕਰ, ਮੈਂ ਤੈਨੂੰ ਨਹੀਂ ਮਾਰਨਾ ਹੈ। ਦੋਹਰਾ ਫਿਰੇ ਪਰਸਪਰ ਮਿਲ ਤਬੈ ਗਿਰਿਓ ਮਲ ਤਰਤਾਂ। ਤਾਂ ਪਿਆਰਿਓ ਉਹ ਜਿਹੜਾ ਮਲ ਸੀ ਨਾ, ਉਹਦਾ ਵੀ ਮਨ ਜਿਹੜਾ ਹੈ ਇੱਕਦਮ ਨਿਮਰਤਾ ਦੇ ਵਿੱਚ ਆ ਗਿਆ। ਸਿੱਖੀ ਦੀ ਇਸ ਭਾਵਨਾ ਨੂੰ, ਜਜ਼ਬੇ ਨੂੰ ਵੇਖ ਕਰਕੇ ਉਹਦਾ ਮਨ ਵੀ ਜਿਹੜਾ ਇੱਕਦਮ ਮੋਢਾ ਖਾਦਾ। ਉਹ ਕਹਿੰਦਾ ਕੋਈ ਗੱਲ ਨਹੀਂ ਹੈ ਸਿੱਖਾ, ਤੂੰ ਇੰਜ ਦਾਵ ਦੇ ਨਾਲ ਮੈਨੂੰ ਪਟਕ ਦੇਣਾ ਕਰ, ਧਰਤੀ ਤੇ ਸੁੱਟ ਦੇਣਾ ਕਰ, ਮੈਂ ਹਾਰ ਜਾਵਾਂਗਾ, ਤੂੰ ਮੇਰੇ ਉੱਤੇ ਚੜ ਜਾ, ਤੇਰੀ ਜਿੱਤ ਹੋ ਜਾਵੇਗੀ। 500 ਕਿਉਂ ਭਾਈ, 1000 ਦਮੜਾ ਲੈ, ਲੇਕਿਨ ਇੱਕ ਕੰਮ ਕਰ, ਜਿਸ ਗੁਰੂ ਦੇ ਵਾਸਤੇ ਤੂੰ ਇੰਨਾ ਸਭ ਕੁਝ ਕਰ ਰਿਹਾ ਨਾ, ਕਿਰਪਾ ਕਰਕੇ ਮੈਨੂੰ ਵੀ ਲੈ ਕੇ ਜਾ, ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਣਾ ਕਰ। ਪਰ ਸਵਾਰਥ ਕੋ ਜਾਣ ਕੇ ਓਝ ਲਗਾਇਓ ਨਾ। ਪਰ ਸਵਾਰਥ ਭਾਵ ਕੇ ਉਹਦੀ ਨਿਰਮਲ ਭਾਵਨਾ ਨੂੰ ਵੇਖ ਕਰਕੇ ਪਹਿਲਵਾਨ ਨੇ ਕੀ ਕਰਨਾ ਕੀਤਾ, ਆਪਣਾ ਪੂਰਾ ਬਾਲੀ ਨਹੀਂ ਲਾਇਆ, ਹਲਕੇ ਦੇ ਵਿੱਚ ਉਹਨੇ ਲੜਾਈ ਲੜਨੀ ਕੀਤੀ। ਮਲ ਬਲੀ ਤਰ ਗਿਰਿਓ ਲਖਾਏ। ਇਸ ਤਰ੍ਹਾਂ ਮਲ ਨੇ, ਪਹਿਲਵਾਨ ਨੇ ਕੀ ਕਰਨਾ ਕੀਤਾ, ਖੇਡਦੇ ਖੇਡਦੇ ਪਿਆਰਿਓ ਇੱਕ ਆਪਣੇ ਦਾਵ ਦੇ ਵਿੱਚ ਫਸ ਕਰਕੇ ਉਹ ਧਰਤੀ ਤੇ ਗਿਰ ਗਿਆ। ਨਰ ਸਭ ਹੀ ਉਰਮਹਿ ਬਿਸਮਾਏ। ਜਦੋਂ ਉਹ ਧਰਤੀ ਤੇ ਗਿਰ ਗਿਆ, ਇੱਕਦਮ ਗੁਰੂ ਦਾ ਸਿੱਖ ਉਹਦੇ ਛਾਤੀ ਤੇ ਜਾ ਕਰਕੇ ਚੜ ਗਿਆ, ਤੇ ਵੇਖ ਕਰਕੇ ਸਾਰੇ ਲੋਕ ਬੜੇ ਦੰਗ ਹੋ ਗਏ, ਵਿਸਮਿਤ ਹੋ ਗਏ। ਉੱਤਮ ਵਸਤਰ ਨਿਰਪਤ ਪਹਿਰਾਏ। ਸਾਰਿਆਂ ਨੇ ਪਿਆਰਿਓ ਉਸੇ ਵੇਲੇ ਤਾੜੀ ਮਾਰਨੀ ਕੀਤੀ। ਸਾਰਿਆਂ ਨੂੰ ਲੱਗਿਆ ਕਿ ਭਾਈ ਹੁਣ ਤਾਂ ਸਿੱਖ ਜਿੱਤ ਗਿਆ। ਰਾਜਾ ਵੀ ਦੰਗ ਹੋ ਗਿਆ, ਤੇ ਰਾਜੇ ਨੇ ਕੀ ਕਰਨਾ ਕੀਤਾ, ਸਿੱਖ ਤਾਂ ਜਿੱਤ ਗਿਆ, ਉਹਨੂੰ ਸੋਹਣੇ ਵਸਤਰ ਦੇਣੇ ਕੀਤੇ। ਇਨਕੇ ਸਹਿਸ ਇਨਾਮ ਦਿਵਾਏ। ਆਪ ਰਾਜੇ ਨੇ ਗਿਣ ਕਰਕੇ ਸਹਿਸ ਭਾਵ ਕੇ 1000 ਦਮੜਾ ਗੁਰੂ ਕੇ ਸਿੱਖ ਨੂੰ ਦੇਣਾ ਕੀਤਾ। ਮਲ ਕੇ ਹਿਰਦੇ ਗਿਆਨ। ਬਸ ਪਿਆਰਿਓ ਇਹ ਜਦੋਂ ਪਰ ਸਵਾਰਥ ਦੇ ਵਾਸਤੇ ਮਲ ਨੇ ਕੀ ਕਰਨਾ ਕੀਤਾ, ਪਿਆਰਿਓ ਉਹ ਤੋਂ ਬਾਅਦ ਕਵੀ ਰਾਜ ਜੀ ਨੇ ਬਚਨ ਕੀਤਾ, ਉਹਦੇ ਮਨ ਦੇ ਵਿੱਚ ਗਿਆਨ ਜਿਹੜਾ ਹੈ ਇੱਕਦਮ ਜਾਗਰਤ ਹੋ ਗਿਆ। ਨਾਸਿਓ ਮੋਹ ਮਨੋਜ ਮਹਾਨਾ। ਜੋ ਬਹੁਤ ਵੱਡਾ ਮੋਹ ਜਿਹੜਾ ਹੈ, ਮੋਹ ਦੀ ਨਿਵਰਤੀ ਹੋ ਗਈ ਹੈ। ਲੈ ਕੇ ਸਿੱਖ ਸਦਨ ਮਹਿ ਆਏ। ਫਿਰ ਸਿੱਖ ਨੇ ਆਪਣੇ ਬਚਨਾਂ ਮੁਤਾਬਕ ਉਹਨੂੰ ਕਿਹਾ ਸੀ ਨਾ, ਕੋਈ ਗੱਲ ਨਹੀਂ ਹੈ, ਤੇ ਜਦੋਂ ਕੰਮ ਹੋ ਜਾਵੇਗਾ ਨਾ, ਮੈਂ ਆਪ ਤੈਨੂੰ ਘਰ ਦੇ ਵਿੱਚ ਲੈ ਕੇ ਜਾਵਾਂਗਾ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਵਾਂਗਾ। ਉਹ ਆਪਣੇ ਬਚਨ ਪੂਰੇ ਕਰਨ ਵਾਸਤੇ ਸਿੱਖ ਨੇ ਉਹ ਪਹਿਲਵਾਨ ਨੂੰ ਵੀ ਆਪਣੇ ਨਾਲ ਲੈ ਕਰਕੇ ਘਰ ਵਿੱਚ ਜਾਣਾ ਕੀਤਾ। ਨਾਨਾ ਬਿਗਨ ਆਹਾਰ ਕਰਾਇਓ। ਮਾਇਆ ਦੇ ਦਿੱਤੀ ਹੈ ਘਰ ਵਾਲੀ ਨੂੰ, ਉਸ ਮਾਇਆ ਦੇ ਨਾਲ ਤਰ੍ਹਾਂ ਤਰ੍ਹਾਂ ਦਾ ਪ੍ਰਸ਼ਾਦਾ ਤਿਆਰ ਕਰਕੇ। ਉੱਤਮ ਥਲ ਬਿਠਾਏ ਗੁਰ ਪੂਰੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉੱਤਮ ਸੋਹਣੇ ਅਸਥਾਨ ਤੇ ਬਿਠਾ ਕਰਕੇ। ਪੰਕਜ ਪਾਏ ਪਖਾਰੇ ਰੂਰੇ। ਸਭ ਤੋਂ ਪਹਿਲੇ ਮਹਾਰਾਜ ਜੀ ਦੇ ਚਰਨਾਂ ਨੂੰ ਇੱਕ ਵੱਡਾ ਸਾਰਾ ਥਾਲ ਲੈ ਕਰਕੇ ਉਹਦੇ ਵਿੱਚ ਰੱਖ ਕਰਕੇ ਗਰਮ ਪਾਣੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਪਦ ਪਖਾਰਨੇ ਕੀਤੇ। ਚਰਨਾਮ੍ਰਿਤ ਮੁਖ ਪਾਇਓ ਜਬ ਹੀ। ਸਤਿਗੁਰੂ ਮਹਾਰਾਜ ਜੀ ਦਾ ਚਰਨਾਮ੍ਰਿਤ ਜੋ ਹੈ, ਵਿਕੜੇ ਕਪਾਟ ਜਿਹੜੇ ਹਨ ਖੁੱਲ ਗਏ ਹਨ, ਤ੍ਰਿਲੋਕੀ ਦੀ ਉਹ ਸਿੱਖ ਨੂੰ ਸੋਝੀ ਹੋ ਆਈ ਹੈ। ਕਿਰਪਾ ਦ੍ਰਿਸ਼ਟ ਕਰ ਮੋਖ ਉਦਾਰਾ। ਮੋਖ ਮੁਕਤੀ ਦਾਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖ ਦੇ ਉੱਤੇ ਕਿਰਪਾ ਕਰਨੀ ਕੀਤੀ। ਸਗਰੂ ਬੰਸ ਉਧਾਰਾ। ਇੰਜ ਸਤਿਗੁਰੂ ਮਹਾਰਾਜ ਜੀ ਨੇ ਉਸ ਸਿੱਖ ਦਾ ਨਹੀਂ, ਆਪ ਤਰੇ ਤਾਰੇਨ ਸਰਿਠਾ, ਉਹਦਾ ਸਾਰਾ ਬੰਸ ਜਿਹੜਾ ਹੈ ਭਗਤ ਜਨਾਂ ਕੀ 21 ਕੁਲ ਤਾਰੈ, ਭਾਵ ਕਿ ਉਹਦੀਆਂ 21 ਕੁਲ ਜਿਹੜੀਆਂ ਹਨ ਉਹਦਾ ਉਧਾਰ ਕਰ ਦੇਣਾ ਕੀਤਾ। ਭਾਉ ਬਿਲੋਕੇ ਭੋਜਨ ਪਾਇਓ। ਸਿੱਖ ਦਾ ਭੋਜਨ ਜੋ ਹੈ ਸਤਿਗੁਰੂ ਮਹਾਰਾਜ ਜੀ ਨੇ ਛਕਣਾ ਕੀਤਾ। ਕਿਉਂਕਿ ਮਹਾਰਾਜ ਜੀ ਨੇ ਉਹਦੀ ਭਾਵਨੀ ਵੇਖਣੀ ਕੀਤੀ ਹੈ, ਤੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ।
ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਕਿ ਜੋ ਪ੍ਰਮਾਤਮਾ ਹੈ ਗੁਰੂ ਸਾਹਿਬ ਜੀ ਹਨ, ਇਹ ਪ੍ਰੇਮਾ ਭਗਤੀ ਦੇ ਭੁੱਖੇ ਹਨ। ਜਦੋਂ ਪਿਆਰਿਓ ਕੋਈ ਸਿੱਖ ਪ੍ਰੇਮ ਦੇ ਨਾਲ ਲਿਆ ਕਰਕੇ ਰੁੱਖਾ ਮਿੱਸਾ ਵੀ ਛਕਾ ਦੇਵੇ ਜਾਂ ਸੁਸਵਾਦੂ ਭੋਜਨ ਵੀ ਛਕਾ ਦੇਵੇ, ਸਤਿਗੁਰੂ ਮਹਾਰਾਜ ਉਹਦਾ ਪ੍ਰੇਮ ਵੇਖ ਕਰਕੇ ਉਹਨੂੰ ਅੰਗੀਕਾਰ ਕਰ ਲੈਂਦੇ ਹਨ। ਹਾਂ, ਕੋਈ ਅਹੰਕਾਰੀ ਆ ਜਾਵੇ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾ ਕਰਕੇ ਵੀ ਲਿਆਵੇ, ਲੇਕਿਨ ਮਨ ਦੇ ਵਿੱਚ ਭਾਵਨਾ ਨਾ ਹੋਵੇ, ਅਹੰਕਾਰ ਹੋਵੇ, ਸਤਿਗੁਰੂ ਮਹਾਰਾਜ ਅਹੰਕਾਰੀ ਦੇ ਪ੍ਰਸ਼ਾਦੇ ਨੂੰ ਹੱਥ ਵੀ ਨਹੀਂ ਲਾਉਂਦੇ ਹਨ। ਜਿਸ ਪ੍ਰਭ ਕੋ ਜਸ ਦਸ ਦਿਸ ਛਾਇਓ। ਕਵੀ ਰਾਜੀ ਨੇ ਕਿਹਾ ਕਿ ਸਿੱਖ ਕਹਿੰਦਾ ਸਤਿਗੁਰੂ ਮਹਾਰਾਜ ਕਿਰਪਾ ਕਰੋ, ਨਗਰ ਦੇ ਬਾਰ-ਬਾਰ ਕਿਉਂ ਬਹਿੰਦੇ ਹੋ, ਚਲੋ ਉਠੋ, ਉੱਠ ਕਰਕੇ ਮੇਰੇ ਗਰੀਬ ਖਾਨੇ ਦੇ ਵਿੱਚ ਮਹਾਰਾਜ ਚਰਨ ਪਾਉਣਾ ਕਰੋ। ਚਰਨ ਪਰੇ ਤੇ ਪਾਵਨ ਵਹਿ ਹੈ। ਕਹਿੰਦਾ ਮਹਾਰਾਜ ਜੇ ਆਪ ਜੀ ਦੇ ਚਰਨ ਮੇਰੇ ਘਰ ਦੇ ਵਿੱਚ ਪੈ ਜਾਣ ਤੇ ਕੀ ਤੋਨ ਭਵਨ ਪੁਨੀਤ, ਮੇਰਾ ਘਰ ਜਿਹੜਾ ਪਵਿੱਤਰ ਹੋ ਜਾਵੇਗਾ। ਬਚਨ ਸੁਨੇ ਤੇ ਕਲੁਖ ਕਟੈ ਹੈ। ਆਪ ਜੀ ਦੇ ਜੇ ਬਚਨਾਂ ਨੂੰ ਮੈਂ ਸੁਣਦਾ ਹਾਂ ਤਾਂ ਸਤਿਗੁਰੂ ਮਹਾਰਾਜ ਮੇਰੇ ਪਾਪ ਕੱਟ ਜਾਣਗੇ। ਭਾਉ ਬਿਲੋਕੇ ਕਰਮ ਮਨ ਬਾਨੀ। ਸਤਿਗੁਰੂ ਮਹਾਰਾਜ ਜੀ ਨੇ ਉਹਦਾ ਭਾਉ, ਉਹਦਾ ਪ੍ਰੇਮ ਜਦੋਂ ਵੇਖਿਆ, ਪ੍ਰੇਮ ਪਿਆਰਿਓ ਤਿੰਨ ਤਰ੍ਹਾਂ ਦੇ ਨਾਲ ਆਪਾਂ ਵੇਖ ਸਕਦੇ ਆ। ਇੱਕ ਤਾਂ ਬਾਣੀ ਕਰਕੇ, ਇੱਕ ਮਨ ਕਰਕੇ, ਇੱਕ ਕਰਮ ਕਰਕੇ। ਕਈ ਵਾਰੀ ਪਿਆਰਿਓ ਆਪਾਂ ਬਾਣੀ ਕਰਕੇ ਬਹੁਤ ਪ੍ਰੇਮ ਝਾੜਦੇ ਆ, ਲੇਕਿਨ ਅੰਦਰ ਜਿਹੜੀ ਹੈ ਭਾਵਨਾ ਨਹੀਂ ਹੁੰਦੀ ਹੈ। ਉਤੋਂ ਤਾਂ ਕਈ ਵਾਰੀ ਆਪਾਂ ਕਹਿ ਦਿੰਦੇ ਆ ਜੀ, ਆਓ ਜੀ ਮਹਾਰਾਜ ਆਓ, ਸਾਡੇ ਘਰ ਵਿੱਚ ਆਓ, ਘਰ ਆਪ ਜੀ ਨੇ ਪਵਿੱਤਰ ਕਰ ਦਿੱਤਾ। ਲੇਕਿਨ ਪਿਆਰਿਓ ਸਿਰਫ ਇਹ ਭਾਵਨਾ, ਇਹ ਜੋ ਹੈ ਬਚਨ ਹੁੰਦੇ ਹਨ, ਅੰਦਰ ਦੀ ਭਾਵਨਾ ਕੁਝ ਔਰ ਹੁੰਦੀ ਹੈ। ਜਿਹੜੇ ਲੋਕ ਹੁੰਦੇ ਨਾ ਕੱਚੇ ਲੋਕ, ਮਹਾਰਾਜ ਜੀ ਨੇ ਕਿਹਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ। ਉਹਨਾਂ ਦੀ ਗਿਣਤੀ ਕੱਚਿਆਂ ਦੇ ਵਿੱਚ ਆਉਂਦੀ ਹੈ, ਜੋ ਮੁਖ ਦੇ ਵਿੱਚੋਂ ਕੁਝ ਔਰ ਬੋਲਦੇ, ਮਨ ਦੇ ਵਿੱਚ ਕੁਝ ਔਰ ਹੁੰਦਾ। ਉਤੋਂ ਤਾਂ ਉਹ ਕਹਿ ਦਿੰਦੇ ਹਨ ਬਹੁਤ ਮਿੱਠੀਆਂ ਚਾਹੇ, ਲੇਕਿਨ ਅੰਦਰ ਦੀ ਭਾਵਨਾ ਕੋਈ ਨਹੀਂ ਹੁੰਦੀ ਹੈ। ਅੰਦਰ ਤਾਂ ਆਈ ਸੋਚਦੇ ਕਿ ਭਾਈ ਐਵੇਂ ਇਹ ਬੰਦਾ ਮੈਨੂੰ ਟੱਕਰ ਗਿਆ, ਮੈਂ ਤਾਂ ਫਲਾਣੇ ਕੰਮ ਵਾਸਤੇ ਜਾਣਾ ਸੀ, ਮੇਰਾ ਕੰਮ ਰੁਕ ਗਿਆ, ਹੁਣ ਇਹਨੂੰ ਇਨਕਾਰ ਵੀ ਨਹੀਂ ਕਰ ਸਕਦੇ, ਇਹਨੂੰ ਤੋੜ ਵੀ ਨਹੀਂ ਸਕਦੇ, ਤੇ ਜ਼ਬਰਦਸਤੀ ਨੂੰ ਰਾਮ ਰਾਮ ਜਿਸ ਤਰ੍ਹਾਂ ਆਪਾਂ ਬੋਲਦੇ ਨਾ, ਫਿਰ ਉਹ ਕੀ ਕਰਦੇ, ਅੰਦਰ ਤਾਂ ਭਾਵਨਾ ਨਹੀਂ ਹੁੰਦੀ ਹੈ। ਉਤੋਂ ਤਾਂ ਬਹੁਤ ਕਹਿ ਦਿੰਦੇ ਆਓ ਘਰ ਦੇ ਵਿੱਚ, ਆਓ ਜੀ ਆ ਕਰੋ, ਉਹ ਛਕੋ ਕਰਕੇ, ਲੇਕਿਨ ਅੰਦਰੋਂ ਪਿਆਰਿਓ ਕੋਈ ਭਾਵਨਾ ਨਹੀਂ ਹੁੰਦੀ ਹੈ। ਤੇ ਅਸਲ ਦੇ ਵਿੱਚ ਭਾਵ ਜੋ ਹੈ, ਪ੍ਰੇਮ ਜੋ ਹੈ ਪਿਆਰਿਓ ਤਿੰਨ ਤਰ੍ਹਾਂ ਦੇ ਨਾਲ ਇਹ ਪ੍ਰਗਟ ਹੁੰਦਾ। ਇੱਕ ਤਾਂ ਬਾਣੀ ਕਰਕੇ, ਤੇ ਇੱਕ ਕਰਮ ਕਰਕੇ, ਤੇ ਇੱਕ ਮਨ ਕਰਕੇ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਦਾ ਵੀ ਅਭਾਵ ਹੋਵੇ, ਇੱਕ ਵੀ ਜਿਹੜਾ ਗੈਰ ਹਾਜ਼ਰ ਹੋਵੇ, ਤਾਂ ਪਿਆਰਿਓ ਪ੍ਰੇਮ ਪੂਰਾ ਨਹੀਂ ਬਣਦਾ। ਕਈ ਵਾਰੀ ਆਪਾਂ ਉਤੋਂ ਤਾਂ ਕਹਿ ਦਿੰਦੇ ਆ, ਲੇਕਿਨ ਕਰਮ ਸਾਡੇ ਉਹੋ ਜਿਹੇ ਨਹੀਂ ਹੁੰਦੇ। ਕਈ ਵਾਰੀ ਉਤੋਂ ਤਾਂ ਕਹਿ ਦਿੰਦੇ, ਕਈ ਇਹ ਵੀ ਕਹਿ ਦਿੰਦੇ ਕਿ ਆਓ ਜੀ ਪ੍ਰਸ਼ਾਦਾ ਛਕੋ, ਲੇਕਿਨ ਅਗਲਾ ਬੋਲੇ ਠੀਕ ਹੈ ਭਾਈ ਛਕਾ ਦੇ, ਲੇਕਿਨ ਉਹਨੂੰ ਪ੍ਰਸ਼ਾਦਾ ਦੇਣਾ ਹੀ ਨਹੀਂ, ਉਹਨੂੰ ਕੁਛ ਨਹੀਂ ਛਕਾਉਣਾ ਬਿਠਾ ਕਰਕੇ। ਇਹੀ ਹੁੰਦਾ ਕਿ ਆਪੇ ਭਈ ਅੱਕ ਜਾਵੇ, ਥੱਕ ਕੇ। ਇਥੋਂ ਮਹਾਰਾਜ ਜੀ ਨੇ ਸਿੱਖ ਦਾ ਪ੍ਰੇਮ ਮਨ ਕਰਕੇ, ਬਾਣੀ ਕਰਕੇ, ਕਰਮ ਕਰਕੇ ਜਦੋਂ ਵੇਖਣਾ ਕੀਤਾ। ਗਮਨੇ ਤਿਹ ਨਿਕੇਤ ਗੁਣ ਖਾਨੀ। ਗੁਨਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਦੇ ਘਰ ਦੇ ਵਿੱਚ ਗਮਨ ਕੀਤਾ ਹੈ। ਸਿੱਖ ਕੇ ਇੱਕ ਸੁਤ ਇੱਕ ਕਰ ਨਾਰੀ। ਉਹ ਘਰ ਸਿੱਖ ਦੇ ਘਰ ਦੇ ਵਿੱਚ ਪਿਆਰਿਓ ਇੱਕੋ ਇੱਕ ਲੜਕਾ ਸੀ ਤੇ ਉਹਦੀ ਘਰ ਵਾਲੀ। ਇਹ ਤਿੰਨ ਗੁਰੂ ਕੇ ਪਿਆਰੇ ਜੋ ਹਨ, ਇਹਦਾ ਤਿੰਨਾਂ ਦਾ ਇਹ ਪਰਿਵਾਰ ਸੀ। ਰਸਿਓ ਹੁਤੋ ਦਾਰਿਦ ਮਹਿ ਭਾਰੀ। ਆ ਸਿੱਖ ਵੀ ਜਿਹੜਾ ਦਰਿਦਰਤਾ ਦੇ ਵਿੱਚ ਪਿਆਰਿਓ ਬਹੁਤ ਜ਼ਿਆਦਾ ਗਰਸਿਆ ਹੋਇਆ ਹੈ। ਇੱਕ ਸਮੇਂ ਭੋਜਨ ਕਰ ਆਵੇ। ਦਿਨ ਦੇ ਵਿੱਚ ਜਿਸ ਤਰ੍ਹਾਂ ਆਪਾਂ 2-4 ਟਾਈਮ ਪ੍ਰਸ਼ਾਦਾ ਛਕਦੇ, ਆ ਸਿੱਖ ਪਿਆਰਿਓ ਇੰਨੀ ਮਿਹਨਤ ਕਰਦਾ, ਇੰਨੀ ਮਿਹਨਤ ਕਰਨ ਦੇ ਬਾਵਜੂਦ ਇੱਕ ਦਿਹਾੜੀ ਦਾ ਪ੍ਰਸ਼ਾਦਾ ਇਹਨੂੰ ਪ੍ਰਾਪਤ ਹੁੰਦਾ। ਦੁਤੀਯ ਕਾਲ ਯੁੱਧ ਭੂਖ ਬਿਤਾਵੇ। ਤੇ ਦੂਜਾ ਸਮਾਂ ਜੇ ਆ ਜਾਵੇ ਤਾਂ ਕਈ ਵਾਰੀ ਇਹ ਫਾਂਕੇ ਕੱਟ ਜਾਂਦੇ ਹਨ। ਇੱਕ ਵਾਰ ਭੋਜਨ ਕਰ ਖਵਾਇਓ। ਇੱਕ ਵਾਰੀ ਇਹਨੇ ਚੰਗੀ ਤਰ੍ਹਾਂ ਜੇ ਭੋਜਨ ਛਕ ਲਿਆ, ਦਿਵਸ ਦੂਸਰੇ ਹੱਥ ਨਾ ਆਇਓ। ਤੇ ਦੂਜੇ ਦਿਨ ਪ੍ਰਸ਼ਾਦਾ ਉਹਨੂੰ ਹੱਥ ਨਹੀਂ ਆਉਂਦਾ, ਭਾਵ ਕਿ ਉਹਦੇ ਵਾਸਤੇ ਫਿਰ ਪਿਆਰਿਓ ਬਹੁਤ ਜ਼ਿਆਦੀ ਉਹਨੂੰ ਮਿਹਨਤ ਕਰਨੀ ਪੈਂਦੀ ਹੈ, ਬਹੁਤ ਜ਼ਿਆਦੀ ਮਸ਼ੱਕਤ ਕਰਨੀ ਪੈਂਦੀ।
ਤਾਂ ਜਾ ਕਰਕੇ ਦੂਜੇ ਦਿਨ ਦਾ ਪ੍ਰਸ਼ਾਦਾ ਉਹਨੂੰ ਪ੍ਰਾਪਤ ਹੁੰਦਾ। ਦੋਹਰਾ ਸੌਜ ਅਲਪ ਸੀ ਘਰ ਹੁਤੀ ਵੇਚੀ ਜਾਏ ਬਾਜ਼ਾਰ। ਉਹਦੇ ਘਰ ਦੇ ਵਿੱਚ ਤਾਂ ਬਹੁਤ ਘੱਟ ਸੌਜ ਸੀ, ਸਮਗਰੀ ਸੀ। ਇਹਨੇ ਇਹ ਤੋਂ ਪਹਿਲਾਂ ਹੀ ਦੇਖੋ, ਜਦੋਂ ਵੀ ਕੋਈ ਗੁਰੂ ਕਾ ਪਿਆਰਾ ਆਉਂਦਾ ਉਹਦੇ ਵਾਸਤੇ ਜੋ ਕੁਛ ਇਹਦੇ ਘਰ ਦੇ ਵਿੱਚ ਇਹਨੇ ਸਭ ਕੁਛ ਵੇਚ ਦਿੱਤਾ। ਅੰਨ ਭੋਜਨ ਕਰਿਓ ਬਹਰ ਨ ਕਛੂ ਆਹਾਰ। ਫਿਰ ਉਹ ਲਿਆ ਕਰਕੇ ਪ੍ਰਸ਼ਾਦਾ ਇਹਨੇ ਕਰਵਾ ਦਿੱਤਾ ਸੀ ਸਿੱਖਾਂ ਦਾ। ਉਸ ਤੋਂ ਬਾਅਦ ਇਹਦੇ ਘਰ ਦੇ ਵਿੱਚ ਕੋਈ ਪਦਾਰਥ ਵੀ, ਕੋਈ ਗਹਿਣਾ ਗੱਟਾ ਵੀ ਆਦਿਕ ਨਹੀਂ ਸੀ। ਅਗਲੇ ਦਿਵਸ ਸੀਸ ਕੇ ਬਾਅਦ ਇਹਨੇ ਫਿਰ ਕੀ ਕਰਨਾ ਕੀਤਾ? ਪਹਿਲਾ ਦਿਨ ਤਾਂ ਜਦੋਂ ਸਤਿਗੁਰੂ ਮਹਾਰਾਜ ਜੀ ਆਏ ਘਰ ਦੇ ਵਿੱਚ, ਜੋ ਕੁਛ ਸੀ ਨਾ ਸਭ ਵੇਚ ਦਿੱਤਾ, ਵੇਚ ਕਰਕੇ ਪ੍ਰਸ਼ਾਦਾ ਛਕਾ ਦਿੱਤਾ। ਲੇਕਿਨ ਅਗਲਾ ਦਿਨ ਜਦੋਂ ਚੜਿਆ ਫਿਰ ਕੁਛ ਵੀ ਨਹੀਂ ਸੀ, ਤੇ ਇਹਨੇ ਔਰ ਜੋ ਸੀ ਨਾ ਉਹ ਸਭ ਵੇਚ ਦਿੱਤਾ ਹੈ। ਉਤਰਾਏ ਦਾਮ ਕਰ ਤਿਆਰਾ, ਉਹਨੂੰ ਫਿਰ ਉਤਰਾ ਕਰਕੇ ਫਿਰ ਇਹਨੇ ਰੱਸੇ ਆਦਿਕ ਬਣਾ ਕਰਕੇ ਤੇ ਉਹ ਵੇਚ ਦਿੱਤਾ। ਵੇਚ ਕਰਕੇ ਪ੍ਰਸ਼ਾਦਾ ਇਹਨੇ ਤਿਆਰ ਕਰਵਾਉਣਾ ਕੀਤਾ। ਵੇਚ ਸੋ ਅੰਨ ਆਨ ਦੀ ਨਾਰੀ, ਉਹਦੀ ਘਰਵਾਲੀ ਨੇ ਫਿਰ ਇਹ ਸਭ ਵੇਚ ਊਚ ਕਰਕੇ ਉਹਨੇ ਫਿਰ ਜੋ ਮਾਇਆ ਆਈ ਸੀ ਉਹਦੇ ਨਾਲ ਘਰ ਦੇ ਵਿੱਚ ਅੰਨ ਲੈ ਆਉਣਾ ਕੀਤਾ ਹੈ। ਕਹੇ ਆਹਾਰ ਕਰ ਤੂਰਨ ਤਿਆਰੀ। ਜਦੋਂ ਘਰ ਦੇ ਵਿੱਚ ਅੰਨ ਆ ਗਿਆ ਤੇ ਇਹ ਸਿੱਖ ਨੇ ਕਹਿ ਦਿੱਤਾ ਘਰਵਾਲੀ ਨੂੰ ਕਿ ਹੁਣ ਤੂੰ ਦੇਰੀ ਨਾ ਕਰਨਾ ਕਰ, ਤੁਰੰਤ ਛੇਤੀ ਤੂੰ ਪ੍ਰਸ਼ਾਦਾ ਤਿਆਰ ਕਰ। ਜਲ ਸੁਚ ਆਨ ਲੀਪ ਕਰ ਥਾਈ। ਉਹਦੀ ਘਰਵਾਲੀ ਨੇ ਫਿਰ ਸਤਿਗੁਰੂ ਮਹਾਰਾਜ ਵਾਸਤੇ ਪ੍ਰਸ਼ਾਦਾ ਤਿਆਰ ਕਰਨਾ ਸੀ। ਪੂਰੀ ਮਰਿਆਦਾ ਮੁਤਾਬਕ ਉਹਨੇ ਫਿਰ ਮਹਾਰਾਜ ਜੀ ਦੇ ਵਾਸਤੇ ਪ੍ਰਸ਼ਾਦਾ ਤਿਆਰ ਕਰਨਾ ਕੀਤਾ। ਕਿਉਂਕਿ ਘਰਾਂ ਦੇ ਵਿੱਚ ਪਿਆਰਿਓ ਆਪਾਂ ਰਹਿੰਦੇ ਆ, ਕਈ ਵਾਰੀ ਕੀ ਹੁੰਦਾ, ਸੁੱਚ ਭੇੜ ਝੂਠ ਦਾ ਜੋ ਹੈ, ਸੁੱਚ ਝੂਠ ਦਾ ਜ਼ਿਆਦਾ ਘਰ ਦੇ ਵਿੱਚ ਧਿਆਨ ਆਪਾਂ ਨਹੀਂ ਦਿੰਦੇ ਆ। ਲੇਕਿਨ ਕੋਈ ਉਚੇਚੇ ਤੌਰ ਤੇ ਕੋਈ ਮਹਾਂਪੁਰਖ ਆਵੇ ਜਾਂ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਆਪਾਂ ਪ੍ਰਸ਼ਾਦਾ ਤਿਆਰ ਕਰਦੇ ਆ ਭੋਗ ਲਾਉਣ ਦੇ ਵਾਸਤੇ, ਤਾਂ ਉਸ ਵੇਲੇ ਪਿਆਰਿਓ ਬਹੁਤ ਜ਼ਿਆਦਾ ਸੁਚਮਤਾਈ ਜਿਹੜੀ ਹੈ, ਜਿੱਥੋਂ ਤੱਕ ਸਾਡਾ ਸਰਦਾ ਬਣਦਾ ਉੱਥੋਂ ਤੱਕ, ਕਈ ਆਪਣੇ ਵਾਸਤੇ ਨਹੀਂ, ਦੂਜਿਆਂ ਦੇ ਵਾਸਤੇ, ਗੁਰੂ ਕੇ ਪਿਆਰਿਆਂ ਵਾਸਤੇ, ਗੁਰੂ ਘਰ ਦੇ ਵਿੱਚ। ਤੇ ਜਦੋਂ ਵੀ ਆਪਾਂ ਸੇਵਾ ਕਰਦੇ ਆਂ ਪਿਆਰਿਓ, ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਬੇਸ਼ੱਕ ਪਿਆਰਿਓ ਕਈ ਵਾਰੀ ਆਪਾਂ ਆਪਣੇ ਘਰ ਦੇ ਵਿੱਚ ਕਈ ਵਾਰੀ ਉਤਾਈ ਹੋ ਜਾਂਦੀ ਹੈ, ਉਨਾ ਜ਼ਿਆਦਾ ਧਿਆਨ ਨਹੀਂ ਰਹਿੰਦਾ। ਲੇਕਿਨ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਵਾਸਤੇ ਜਾਂ ਸੰਗਤਾਂ ਵਾਸਤੇ ਆਪਾਂ ਲੰਗਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਜਾਂ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਦੇ, ਉਹਦੇ ਵਾਸਤੇ ਪਿਆਰਿਓ ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਕਈ ਵਾਰੀ ਵੇਖੀਦਾ ਪਿਆਰਿਓ ਕਿ ਕਈ ਜਿਹੜੋ ਹਨ, ਜਿਸ ਤਰ੍ਹਾਂ ਆਮ ਗੁਰੂ ਘਰ ਦੇ ਵਿੱਚ ਵੀ ਪਿਆਰਿਓ ਜ਼ਿਆਦਾ ਸੁਚਮਤਾਈ ਦਾ ਧਿਆਨ ਨਹੀਂ ਰੱਖਦੇ। ਪ੍ਰਸ਼ਾਦ ਜਾਣ ਕਰਕੇ ਉਹਨੇ ਲੈਣਾ, ਲੇਕਿਨ ਉਹਨੇ ਪਹਿਲਾਂ ਹੀ ਉਹਨੂੰ ਝੂਠਾ ਕਰ ਦਿੱਤਾ ਜਾਂ ਕਿਸੇ ਗਲਤ ਤਰੀਕੇ ਦੇ ਨਾਲ ਇਹ ਕੀਤਾ ਤੇ ਸਾਰਾ ਪਾਪ ਪਿਆਰਿਓ ਉਹਨੂੰ ਲੱਗ ਜਾਂਦਾ। ਇਸ ਕਰਕੇ ਜਿੰਨੀ ਵੱਧ ਤੋਂ ਵੱਧ ਆਪਾਂ ਸੁਚਮਤਾਈ ਗੁਰੂ ਘਰ ਦੇ ਵਿੱਚ ਰੱਖ ਸਕਦੇ ਆ, ਆਪਾਂ ਨੂੰ ਪਿਆਰਿਓ ਉਹ ਰੱਖਣੀ ਚਾਹੀਦੀ ਹੈ। ਖਾਸ ਕਰਕੇ ਜੋ ਪ੍ਰਸ਼ਾਦ ਆਦਿਕ ਤਿਆਰ ਕਰਦੇ ਹਨ, ਬਣਾਉਂਦੇ ਹਨ, ਕਈ ਵਾਰੀ ਵੇਖੀਦਾ ਪਿਆਰਿਓ ਹੱਥ ਵੀ ਜਿਹੜੇ ਚੰਗੀ ਤਰ੍ਹਾਂ ਸੁੱਚੇ ਨਹੀਂ ਕਰਦੇ। ਕਈ ਵਾਰੀ ਹੱਥਾਂ ਦੇ ਵਿੱਚ ਮੁੰਦਰੀਆਂ ਪਾਈਆਂ ਹੋਈਆਂ ਹੁੰਦੀਆਂ, ਛੱਲੇ ਆਦਿਕ ਪਾਏ ਹੋਏ ਹੁੰਦੇ, ਉਹੀ ਲੈ ਕਰਕੇ ਉਹਦੇ ਨਾਲ ਹੀ ਪ੍ਰਸ਼ਾਦ ਤਿਆਰ ਕਰਨਾ ਜਾਂ ਕੜਾ ਪ੍ਰਸ਼ਾਦ ਵਰਤਾਉਣਾ, ਉਹੀ ਹੱਥ ਜਦੋਂ ਕਿਰਿਆ ਦੇ ਵਾਸਤੇ ਵਰਤਣਾ। ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਪਿਆਰਿਓ ਕਈ ਵਾਰੀ ਵੇਖੀਦਾ ਗੁਰੂ ਘਰ ਦੇ ਵਿੱਚ ਵੀ ਇਹ ਸਾਡੀ ਮਰਿਆਦਾ ਹੈ। ਤਖਤ ਸਾਹਿਬ ਜੀ ਦੀ ਜੋ ਨਿਯਮਾਵਲੀ ਹੈ, ਮਰਿਆਦਾ ਮੁਤਾਬਕ ਇਹ ਉਹਨਾਂ ਨੇ ਨਿਯਮ ਕਾਇਮ ਕਰਨੇ ਕੀਤੇ ਕਿ ਗੁਰੂ ਘਰ ਦੇ ਵਿੱਚ ਜਦੋਂ ਆਓ, ਆ ਮੁੰਦਰੀਆਂ ਆਦਿਕ ਜਿਹੜਾ ਹੈ, ਧਾਗੇ ਤਵੀਤ ਜਿਹੜੇ ਹਨ, ਇਹ ਨਹੀਂ ਪਾਉਣੇ ਚਾਹੀਦੇ। ਲੇਕਿਨ ਫਿਰ ਵੀ ਪਿਆਰਿਓ ਕਈ ਜਿਹੜੇ ਹਨ ਧਾਗੇ ਤਵੀਤ ਪਾ ਲੈਂਦੇ, ਹੱਥਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਮੁੰਦਰੀਆਂ ਪਾ ਲੈਂਦੇ ਤੇ ਉਹੀ ਹੱਥ ਦੇ ਨਾਲ ਕਿਰਿਆ ਕਲਾਪ ਆਪਣਾ ਜੋ ਮਰਜ਼ੀ ਕੰਮ ਕਰਨਾ। ਕਿਉਂਕਿ ਉਹ ਜਿਹੜੀ ਧਾਤੂ ਜਿਹੜੀ ਹੈ ਉਹਦੇ ਨਾਲ ਗੰਦਗੀ ਲੱਗ ਜਾਂਦੀ। ਫਿਰ ਉਹੀ ਜਿਹੜਾ ਹੈ ਹੱਥ ਦੇ ਨਾਲ ਕੜਾ ਪ੍ਰਸ਼ਾਦੀ ਦੇਗ ਵਰਤਾਉਣਾ, ਗੁਰੂ ਘਰ ਦੇ ਵਿੱਚ ਸੇਵਾ ਕਰਨਾ ਪਿਆਰਿਓ ਕਿੰਨਾ ਵੱਡਾ ਇਹ ਪਾਪ ਹੈ। ਕਈ ਵਾਰੀ ਕਈਆਂ ਦੇ ਨੌਂਦਰਾਂ ਜਿਹੜੀਆਂ ਹਨ ਉਹ ਬਹੁਤ ਵੱਡੀਆਂ ਹੋ ਜਾਂਦੀਆਂ, ਉਹ ਆਪਣੇ ਨੌਆਂ ਨੂੰ ਵੀ ਨਹੀਂ ਕਤਰਦੇ ਹਨ, ਫਿਰ ਉਹਦੇ ਵਿੱਚ ਮੈਲ ਲੱਗ ਜਾਂਦੀ ਹੈ, ਜੰਮ ਜਾਂਦੀ, ਉਹਦੇ ਨਾਲ ਹੀ ਕੜਾ ਪ੍ਰਸ਼ਾਦ ਵਰਤਾਉਣਾ ਜਾਂ ਇਹ ਕਰਨਾ।
ਜਾਂ ਕਈ ਵਾਰੀ ਕੜਾ ਪ੍ਰਸ਼ਾਦ ਦੀ ਆਪਾਂ ਦੇਗ ਵਰਤਾਉਂਦੇ ਆ ਤਾਂ ਵਿਸ਼ੇਸ਼ ਕਰਕੇ ਪਿਆਰਿਓ ਮੂੰਹ ਦੇ ਉੱਤੇ ਢਾਠਾ ਕਿਉਂ ਮਾਰਨਾ ਚਾਹੀਦਾ? ਕਿਉਂਕਿ ਪ੍ਰਸ਼ਾਦ ਜਦੋਂ ਵਰਤਾਉਂਦੇ ਆ ਉਹਦੀ ਖੁਸ਼ਬੂ, ਉਹਦੀ ਜੋ ਸ਼ੁਭ ਵਾਸ਼ਨਾ ਨਿਕਲਦੀ ਹੈ। ਕਈ ਵਾਰੀ ਆਪ ਜੀ ਦੇਖੋ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਬੈਠੇ ਹੋਏ ਹੁੰਦੇ ਆ, ਜਦੋਂ ਦੇਗੀਆ ਸਿੰਘ ਕੜਾ ਪ੍ਰਸ਼ਾਦ ਦੀ ਦੇਗ ਲਿਆ ਕਰਕੇ ਰੱਖਦਾ, ਜਾਂ ਜਦੋਂ ਕੜਾ ਪ੍ਰਸ਼ਾਦ ਨੂੰ ਭੋਗ ਲੱਗਦਾ ਉਹਦੇ ਉੱਤੋਂ ਜਦੋਂ ਕੱਪੜਾ ਹਟਾ ਕਰਗੇ ਪ੍ਰਸ਼ਾਦ ਜਦੋਂ ਥਾਲਾਂ ਦੇ ਵਿੱਚ ਕੱਢਿਆ ਜਾਂਦਾ ਨਾ, ਕਦੇ ਆਪ ਪਿਆਰਿਓ ਇਹਦਾ ਅਨੁਭਵ ਕਰਨਾ ਕਰੋ। ਬੇਸ਼ੱਕ ਤੁਸੀਂ ਬਹੁਤ ਦੂਰ ਬੈਠੇ, ਲੇਕਿਨ ਜਦੋਂ ਕੜਾ ਪ੍ਰਸ਼ਾਦ ਦੀ ਵਾਸ਼ਨਾ ਆ ਜਾਵੇ, ਉਹਦੀ ਖੁਸ਼ਬੂ ਆ ਜਾਵੇ, ਉਹਦੇ ਨਾਲ ਹੀ ਪਿਆਰਿਓ ਸਾਰੀਆਂ ਗ੍ਰੰਥੀਆਂ ਜੋ ਹਨ ਮੂੰਹ ਦੀਆਂ, ਉਹਦੇ ਵਿੱਚੋਂ ਰਸ ਝਰਨਾ ਸ਼ੁਰੂ ਹੋ ਜਾਂਦਾ, ਮੂੰਹ ਦੇ ਵਿੱਚੋਂ ਪਾਣੀ ਝਰਨਾ ਸ਼ੁਰੂ ਹੋ ਜਾਂਦਾ। ਇਹ ਹਕੀਕਤ ਦੀ ਗੱਲ ਹੈ। ਤੇ ਆਪ ਤੁਸੀਂ ਅਨੁਮਾਨ ਲਾਓ, ਜਦੋਂ ਆਪਾਂ ਬਹੁਤ ਦੂਰ ਬੈੰਦੇ ਆ, ਕੜਾ ਪ੍ਰਸ਼ਾਦ ਦੀ ਜੋ ਵਾਸ਼ਨਾ ਜੋ ਹੈ, ਸੁਗੰਧ ਹੈ, ਉਹਦੇ ਨਾਲ ਸਾਡੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ, ਕਈ ਵਾਰੀ ਪਾਣੀ ਟਪਕ ਵੀ ਜਾਂਦਾ। ਜਿਹੜਾ ਕੜਾ ਪ੍ਰਸ਼ਾਦ ਵਰਤਾਉਣ ਵਾਲਾ, ਇਹ ਕਰਨ ਵਾਲਾ, ਉਹਦੇ ਮੂੰਹ ਦੇ ਵਿੱਚ ਵੀ ਕਿੰਨੀ ਰਾਲ ਬਣਦੀ ਹੋਵੇਗੀ। ਕਈ ਵਾਰੀ ਛਿੱਕ ਆ ਜਾਵੇ, ਖੰਘ ਆ ਜਾਵੇ, ਗੱਲਾਂ ਬਾਤਾਂ ਵੀ ਜਦੋਂ ਕਰਦੇ ਆ ਤਾਂ ਵੀ ਪਿਆਰਿਓ ਥੁੱਕ ਜਿਹੜਾ ਗਿਰ ਜਾਂਦਾ। ਇਹਦਾ ਫਿਰ ਧਿਆਨ ਰੱਖਣਾ ਚਾਹੀਦਾ। ਢਾਠਾ ਬੰਦ ਕਰਕੇ ਜਦੋਂ ਆਪਾਂ ਵਰਤਾਉਂਦੇ ਆ ਤਾਂ ਫਿਰ ਪਿਆਰਿਓ ਪੂਰੀ ਸੁਚਮਤਾਈ ਵੀ ਕਾਇਮ ਰਹਿੰਦੀ ਹੈ। ਇਸ ਤਰ੍ਹਾਂ ਪਿਆਰਿਓ ਜਦੋਂ ਉਹਦੀ ਘਰਵਾਲੀ ਨੂੰ, ਸਿੱਖ ਦੇ ਘਰਵਾਲੀ ਨੂੰ ਪਤਾ ਚੱਲ ਗਿਆ ਕਿ ਸਤਿਗੁਰੂ ਮਹਾਰਾਜ ਜੀ ਪ੍ਰਸ਼ਾਦਾ ਛਕਣ ਵਾਲੇ, ਉਹਨੇ ਵਿਸ਼ੇਸ਼ ਤੌਰ ਤੇ, ਉਚੇਚੇ ਤੌਰ ਤੇ ਆਪਣੀ ਜੋ ਰਸੋਈ ਨੂੰ ਉਹਨੇ ਸੁੱਚਾ ਕਰਨਾ ਕੀਤਾ। ਪੁਨ ਸਮਧਾ ਲਈ ਅਗਨ ਜਰਾਈ, ਫਿਰ ਸਮਧਾ ਜੋ ਹੈ ਅੱਗ ਲਿਆ ਕਰਕੇ, ਆਪ ਕੇ ਲੱਕੜਾਂ ਲਿਆ ਕਰਕੇ ਅੱਗ ਬਾਲਣੀ ਕੀਤੀ। ਕਾਰਜ ਕਿਸ ਕੋ ਕੁਛ ਕਰ ਗਈ, ਫਿਰ ਕਿਸੇ ਕੰਮ ਕਰਨ ਵਾਸਤੇ ਅੰਦਰ ਬਾਹਰ ਜਿਹੜੀ ਹੈ ਉਹ ਚੱਲ ਗਈ ਸੀ। ਬਾਰਿਕ ਤਹਾਂ ਬਿਠਾਵਤ ਪਈ, ਉਹਦਾ ਬੱਚਾ ਜਿਹੜਾ ਪਿਆਰਿਓ ਛੋਟਾ ਸੀ, ਹਾਲੇ 4-5 ਮਹੀਨੇ ਦਾ ਸੀ, ਉਹ ਉੱਥੇ ਹੀ ਬੈਠਿਆ ਹੋਇਆ ਸੀ ਲਾਗੇ, ਉਹਨੂੰ ਧਿਆਨ ਨਹੀਂ ਰਿਹਾ। ਪੀਛੇ ਤੇ ਸੋ ਸਿਸ ਗਿਰ ਪਰ, ਉਹਦਾ ਬੱਚਾ ਜੋ ਹੈ ਰੇਂਗਦਾ ਰੇਂਗਦਾ ਆ ਗਿਆ, ਕੋਈ ਵੇਖਣ ਵਾਲਾ ਨਹੀਂ ਸੀ। ਉਹ ਇੱਕਦਮ ਉਹ ਮੱਚਦੇ ਹੋਏ ਚੁੱਲ੍ਹੇ ਦੇ ਵਿੱਚ ਜਾ ਕਰਕੇ ਪੈ ਗਿਆ। ਅਗਨ ਵਿਖੇ ਸਾਰੂ ਤਨ ਜਰਾ, ਅਗਨੀ ਦੇ ਨਾਲ ਕਹਿੰਦੇ ਪਿਆਰਿਓ ਉਹਦਾ ਸਨ ਜਿਹੜਾ ਸੜ ਗਿਆ ਹੈ। ਆਨ ਅੰਗ ਨਾ ਪਿਖਿਓ ਕਸੂਤਾ, ਜਦੋਂ ਘਰ ਵਾਲੀ, ਜਦੋਂ ਬੱਚੇ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਰ ਕੇ ਪਰਿਉ ਮ੍ਰਿਤਕ ਭੈ ਪੂਤਾ, ਕੀ ਵੇਖਦੀ ਮੇਰਾ ਬੱਚਾ ਜੋ ਹੈ ਇੱਕੋ ਇੱਕ ਲੜਕਾ ਉਹ ਜਲ ਕਰਕੇ ਪਿਆ ਹੋਇਆ ਹੈ। ਦੂਸ਼ਣ ਰਹੀ ਹਿਰਦੈ ਅਸ ਜਾਨਾ, ਉਹਨੇ ਫਿਰ ਪਿਆਰਿਓ ਦੇਖਿਓ ਕਿੰਨੀ ਜ਼ਿਆਦੀ ਸ਼ਰਧਾ ਭਾਵਨਾ ਹੈ। ਉਹਨੇ ਚੁੱਪੀ ਨੂੰ ਧਾਰਨ ਕਰਨਾ ਕੀਤਾ, ਕੋਈ ਬਚਨ ਨਹੀਂ ਕੀਤਾ। ਸੁਨੈ ਨਾ ਸੰਤ ਬਾਤ ਇਹ ਕਾਨਾ, ਮਨ ਵਿੱਚ ਸੋਚਦੀ ਹੈ। ਤਾਂ ਹੀ ਤਾਂ ਦੇਖੋ ਭਗਤ ਜੀਆਂ ਨੇ ਇਹ ਬਚਨ ਕਰਨਾ ਕੀਤਾ, ਜਦੋਂ ਮੰਗਦੇ ਨਾ ਤੇ ਸਭ ਮੰਗ ਕਰਕੇ ਅਖੀਰ ਦੇ ਵਿੱਚ ਕਹਿੰਦੇ ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਕਿ ਐ ਸਤਿਗੁਰੂ ਮਹਾਰਾਜ ਜੀ ਦੇ ਪ੍ਰਮਾਤਮਾ ਦੇ ਅੱਗੇ ਧੰਨਾ ਜੀ ਨੇ ਬੇਨਤੀ ਕੀਤੀ। ਭਗਤ ਜੀਆਂ ਨੇ ਕਿਹਾ ਕਿ ਘਰ ਵਾਲੀ ਜੇ ਦੇਣੀ ਨਾ, ਚੰਗੀ ਘਰ ਵਾਲੀ ਦੇਣਾ ਕਰੋ, ਇਸ ਤਰ੍ਹਾਂ ਸ਼ੁਭ ਸੁਭਾਅ ਵਾਲੀ ਦਿਓ ਤੇ ਜਿਹਦੇ ਨਾਲ ਉਹਦਾ ਵੀ ਉਧਾਰ ਹੋਵੇ ਤੇ ਮੇਰਾ ਵੀ ਉਧਾਰ ਹੋ ਜਾਵੇ। ਜੇ ਕਲੈਣੀ ਆ ਜਾਵੇ, ਲੜਨ ਝਗੜਨ ਵਾਲੀ ਆ ਜਾਵੇ, ਉਹਨੇ ਫਿਰ ਆਪ ਤਾਂ ਕੀ ਜਪਣਾ, ਜਪਣ ਵਾਲਿਆਂ ਨੂੰ ਵੀ ਉਹਨੇ ਵਕਤ ਪਾ ਦੇਣਾ, ਉਹਨੂੰ ਵੀ ਤੋੜ ਕਰਕੇ ਰੱਖ ਦੇਣਾ। ਇਸ ਕਰਕੇ ਕਿਹਾ ਕਿ ਘਰ ਕੀ ਗੀਹਨ ਚੰਗੀ, ਤਨ ਕਰਕੇ ਕਿ ਮਨ ਕਰਕੇ ਵੀ ਚੰਗੀ ਹੋਵੇ ਤਾਂ ਹੀ ਗੱਲ ਬਣਦੀ ਹੈ। ਤੇ ਹੁਣ ਇੱਥੇ ਜੋ ਘਰ ਵਾਲੀ ਹੈ ਨਾ, ਉਹ ਵੀ ਪਿਆਰਿਓ ਸ਼ੁਭ ਮਤ ਵਾਲੀ, ਉਹਦੇ ਮਨ ਵਿੱਚ ਆਇਆ ਕਿ ਸਤਿਗੁਰੂ ਮਹਾਰਾਜ ਜੀ ਨੂੰ ਜੇ ਪਤਾ ਚੱਲ ਗਿਆ ਤਾਂ ਜਾਏ ਖੁਦਿਤ ਸੋ ਬਿਨਾ ਆਹਾਰਾ, ਸਤਿਗੁਰੂ ਮਹਾਰਾਜ ਜੀ ਨੇ ਫਿਰ ਪ੍ਰਸ਼ਾਦਾ ਥੋੜੀ ਛਕਣਾ, ਕਿਉਂਕਿ ਕਿਤੇ ਘਰ ਦੇ ਵਿੱਚ ਤੁਸੀਂ ਗਏ ਹੋਏ ਹੋ ਤੇ ਅੱਗੋਂ ਉੱਥੇ ਕੋਈ ਐਕਸੀਡੈਂਟ ਹੋ ਜਾਵੇ, ਇਹੋ ਜਿਹਾ ਭਾਣਾ ਵਰਤ ਜਾਵੇ, ਫਿਰ ਅਗਲਾ ਬੰਦਾ ਵੀ ਇਹਦਾ ਉਹ ਕਹਿੰਦਾ ਕਿ ਭਾਈ ਮੇਰਾ ਬੱਚਾ ਇਹ ਹੋ ਗਿਆ, ਉਹ ਉਹਦੇ ਵਿੱਚ ਲੱਗ ਜਾਂਦਾ। ਪ੍ਰਸ਼ਾਦਾ ਛਕਾਉਣਾ, ਸੇਵਾ ਕਰਨਾ ਤਾਂ ਇੱਕ ਪਾਸੇ ਰਹਿ ਜਾਂਦਾ। ਤੇ ਕੋਈ ਸਿਆਣਾ ਬੰਦਾ ਹੋਵੇ, ਉਹ ਆਪ ਹੱਥ ਜੋੜ ਦਿੰਦਾ, ਕਹਿ ਦਿੰਦਾ ਕਿ ਭਾਈ ਤੁਸੀਂ ਆਪਣਾ ਕੰਮ ਕਰੋ, ਕਿਉਂਕਿ ਬੱਚੇ ਦੀ ਆ ਗੱਲ ਹੋ ਗਈ ਹੈ, ਤੁਸੀਂ ਉਸ ਪਾਸੇ ਲੱਗੋ, ਕੋਈ ਗੱਲ ਨਹੀਂ ਹੈ, ਫਿਰ ਕਦੇ ਆ ਕਰਕੇ ਛਕ ਲਵਾਂਗੇ। ਇਸ ਕਰਕੇ ਸਿਆਣੇ ਵੀ ਚੱਲ ਜਾਂਦੇ।
ਤੇ ਘਰਵਾਲੀ ਦੇ ਮਨ ਵਿੱਚ ਆਇਆ ਕਿ ਮਤਾ ਕਿਤੇ ਸਤਿਗੁਰੂ ਮਹਾਰਾਜ ਜੀ ਨੂੰ ਇਸ ਗੱਲ ਦਾ ਪਤਾ ਨਾ ਚੱਲ ਜਾਵੇ ਤਾਂ ਮਹਾਰਾਜ ਜੀ ਕਿੱਥੇ ਬਾਹਰ ਦੂਜੇ ਪਾਸੇ ਨਾ ਚੱਲ ਜਾਣ ਤਾਂ ਸਾਡੀ ਸੇਵਾ ਅਧੂਰੀ ਰਹਿ ਜਾਵੇਗੀ। ਦੋਸ਼ ਲਗੇ ਹੈ ਹਮਰੇ ਸਿਰ ਭਾਰ। ਸੋਚਦੀ ਇਹ ਤਾਂ ਬਹੁਤ ਵੱਡਾ ਦੋਸ਼ ਜਿਹੜਾ ਸਾਡੇ ਸਿਰ ਤੇ ਲੱਗ ਜਾਵੇਗਾ ਕਿ ਸਿੱਖ ਜਿਹੜਾ ਗੁਰੂ ਦਾ ਆਪਣੇ ਸਿੱਖ ਦੇ ਘਰ ਵਿੱਚ ਆਇਆ, ਸਤਿਗੁਰੂ ਮਹਾਰਾਜ ਆਪਣੇ ਸਿੱਖ ਦੇ ਘਰ ਦੇ ਵਿੱਚ ਆਏ, ਲੇਕਿਨ ਸਿੱਖ ਨੇ ਸੇਵਾ ਨਹੀਂ ਕਰਨੀ ਕੀਤੀ, ਸਤਿਗੁਰੂ ਮਹਾਰਾਜ ਖਾਲੀ ਚੱਲ ਗਏ। ਬਹੁਤ ਵੱਡਾ ਦੋਸ਼ ਮੇਰੇ ਤੇ ਮੇਰੇ ਪਰਿਵਾਰ ਦੇ ਸਿਰ ਤੇ ਲੱਗ ਜਾਵੇਗਾ। ਵਸਤਰ ਲਪੇਟ ਬਣਾਏ। ਧਨ ਹੈ ਪਿਆਰਿਓ ਉਹ ਗੁਰੂ ਕੀ ਪਿਆਰੀ, ਗੁਰੂ ਕੀ ਉਹ ਸਿੱਖਣੀ। ਉਹਨੇ ਕੀ ਕਰਨਾ ਕੀਤਾ, ਆਪਣਾ ਜੋ ਬੱਚਾ ਜੋ ਸੜ ਗਿਆ ਸੀ ਨਾ ਉਹਨੂੰ ਚੁੱਪ ਕਰਾ ਦਿੱਤਾ ਤੇ ਇੱਕ ਕੱਪੜੇ ਦੇ ਵਿੱਚ ਉਹਨੂੰ ਬਲੇਟ ਕਰਕੇ ਘਰ ਅੰਦਰ ਆਈ ਪੌਠਾਈ। ਉਹਨੂੰ ਘਰ ਦੇ ਵਿਚਕਾਰ ਦੇ ਆ ਕਰਕੇ ਉਹਨੂੰ ਉੱਥੇ ਸੁਆ ਕਰਕੇ ਆ ਗਈ ਹੈ। ਨਿਜ ਪਤ ਪਾਸ ਨਾ ਬਾਤ ਬਖਾਨੀ। ਤੇ ਜਾ ਕਰਕੇ ਆਪਣੇ ਪਤੀ ਨੂੰ ਵੀ ਉਹਨੇ ਇਹ ਬਚਨ ਨਹੀਂ ਕਰਨਾ ਕੀਤਾ, ਕਿਉਂਕਿ ਜੇ ਪਤੀ ਨੂੰ ਕਹਿ ਦਿੰਦੀ ਤੇ ਪਤੀ ਚੱਲ ਜਾਵੇਗਾ, ਪਤੀ ਨੂੰ ਪਤਾ ਲੱਗ ਗਿਆ ਤੇ ਮਹਾਰਾਜ ਜੀ ਨੂੰ ਵੀ ਪਤਾ ਚੱਲ ਜਾਵੇਗਾ। ਫਿਰ ਜੇ ਮਹਾਰਾਜ ਜੀ ਨੂੰ ਪਤਾ ਚੱਲ ਗਿਆ ਤੇ ਆਪਾਂ ਸੇਵਾ ਤੋਂ ਵਾਂਝੇ ਰਹਿ ਜਾਵਾਂਗੇ। ਇਸ ਕਰਕੇ ਉਹਨੇ ਆਪਣੇ ਘਰ ਵਾਲੇ ਨੂੰ ਵੀ ਨਹੀਂ ਕਿਹਾ ਹੈ। ਭੋਜਨ ਕੀ ਨੂੰ ਪਰਮ ਸਿਆਣੀ। ਉਹਨੇ ਪਰਮ ਸਿਆਣੀ ਬੱਚੀ ਨੇ ਫਿਰ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਪ੍ਰਸ਼ਾਦ ਤਿਆਰ ਕਰਨਾ ਕੀਤਾ। ਸ਼੍ਰੀ ਨਾਨਕ ਕੋ ਬਹਰ ਬੁਲਾਏ। ਜਦੋਂ ਪ੍ਰਸ਼ਾਦਾ ਤਿਆਰ ਹੋ ਗਿਆ ਸਤਿਗੁਰੂ ਮਹਾਰਾਜ ਜੀ ਨੂੰ ਸੱਦਦੀ ਹੈ। ਬੈਠਾਰੇ ਜੋ ਹੁਤੀ ਸੁਚ ਥਾਏ। ਜੋ ਸੁੱਚੀ ਜੋ ਥਾਂ ਸੀ, ਸੁੱਚਾ ਅਸਥਾਨ ਸੀ, ਉੱਥੇ ਸਤਿਗੁਰੂ ਮਹਾਰਾਜ ਜੀ ਨੂੰ ਬਿਠਾਉਣਾ ਕੀਤਾ। ਜਬ ਹੀ ਤਰਾ ਆਹਾਰ ਅਗਾਰੀ। ਜਦੋਂ ਥਾਲੀ ਦੇ ਵਿੱਚ ਪਰੋਸ ਕਰਕੇ ਪ੍ਰਸ਼ਾਦਾ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਰੱਖਣਾ ਕੀਤਾ। ਤਬ ਹੀ ਸ੍ਰੀ ਗੁਰ ਗਿਰਾ ਉਚਾਰੀ। ਤਦੋਂ ਪਿਆਰਿਓ ਸਤਿਗੁਰੂ ਮਹਾਰਾਜ ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਕੀ ਬਚਨ ਉਚਾਰਨ ਕੀਤਾ ਪਿਆਰਿਓ, ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਉਹ ਕਥਾ ਨੂੰ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆਂ। ਬੇਅੰਤ ਗਲਤੀਆਂ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। हे ठाकुर हूँ दासरो मैं निर्गुण गुण नहीं कोय। नानक दीजै नाम दान राखों हिया परोए। आए प्रभ शरणागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सो उतरै पार। जो शरधा कर सेवंदे गुर पार उतारण हार। कथा निता प्रत होत है सुनहो सो सिंह सुजान। नानक गुरु गोबिंद सिंह जी सदा करे कल्याण। नानक गुरु गोबिंद सिंह जी सदा करे कल्याण। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ
ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ, ਜੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ 'ਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।